ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ-ਕੱਲ੍ਹ ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਉਹ ਸ਼ੁਰੂ ਹੋਣ ਵਾਲਾ ਹੈ। ਲਾਕਡਾਊਨ ਨੇ ਲੇਬਰ ਦੀ ਸਮੱਸਿਆ ਨੂੰ ਪੈਦਾ ਕਰ ਦਿੱਤਾ ਹੈ। ਇਹਦੇ ਨਾਲ ਹੀ ਹੋਰ ਵੀ ਕਈ ਸਮੱਸਿਆਵਾਂ ਨੇ, ਜਿਵੇਂ ਬਿਜਲੀ ਦੀ ਸਮੱਸਿਆ ਹੈ। ਇਹ ਸਾਰੀਆਂ ਸਮੱਸਿਆਵਾਂ ਇਕੱਠੀਆਂ ਹੋ ਕੇ ਇਸ ਵੇਲੇ ਕਿਸਾਨੀ ਨੂੰ ਮਾਰ ਦੇ ਰਹੀਆਂ ਨੇ। ਇਸ ਸੰਬੰਧੀ ਅਸੀਂ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਜੁੜੇ ਨੇ ਸੂਰਤ ਸਿੰਘ ਜੀ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੁਝ ਹੋਰ ਵੀ ਮੁੱਦਿਆਂ ਤੇ। ਸਭ ਤੋਂ ਪਹਿਲਾਂ ਅਸੀਂ ਕਿਸਾਨੀ ਤੇ ਗੱਲ ਕਰਦੇ ਹਾਂ। ਸੂਰਤ ਸਿੰਘ ਜੀ, ਜੇ ਅਸੀਂ ਝੋਨੇ ਦੀ ਲਵਾਈ ਦੀ ਗੱਲ ਕਰੀਏ, ਝੋਨੇ ਦੀ ਬਿਜਾਈ ਦੀ ਗੱਲ ਕਰੀਏ, ਤਾਂ ਲਗਭਗ ਸਮਾਂ ਆ ਹੀ ਗਿਆ ਹੈ ਨੇੜੇ ਕਿ ਉਹਦੀ ਲਵਾਈ ਜਿਹੜੀ ਹੈ ਸ਼ੁਰੂ ਹੋ ਜਾਣੀ ਹੈ। ਲੇਬਰ ਦੀ ਸਮੱਸਿਆ, ਬਿਜਲੀ ਦੀ ਸਮੱਸਿਆ ਇਸ ਵੇਲੇ ਕਿਸਾਨਾਂ ਲਈ ਮੁੱਖ ਸਮੱਸਿਆ ਹੈ। ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਜਿਹੜੀ ਹੈ ਉਹਦੇ ਵੱਲੋਂ ਪ੍ਰਬੰਧ ਜਿਹੜੇ ਨੇ ਪੂਰੇ ਕਰ ਲਏ ਗਏ ਨੇ, ਜਾਂ ਲੇਬਰ ਦੀ ਸਮੱਸਿਆ, ਜਿਸ ਤਰ੍ਹਾਂ ਸੂਬੇ ਵਿੱਚੋਂ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦਾ ਪ੍ਰਵਾਸ ਹੋ ਚੁੱਕਿਆ ਹੈ, ਬਹੁਤ ਘੱਟ ਲੇਬਰ ਪੰਜਾਬ ਦੇ ਵਿੱਚ ਰਹਿ ਗਈ ਹੈ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਹਰਪ੍ਰੀਤ ਜੀ, ਪਹਿਲਾਂ ਤਾਂ ਮੈਂ ਤੁਹਾਡਾ ਤੇ ਤੁਹਾਡੀ ਸਾਰੀ ਪ੍ਰਾਈਮ ਪੰਜਾਬੀ ਟੀਵੀ ਚੈਨਲ ਦੀ ਟੀਮ ਦਾ ਬਹੁਤ ਸਵਾਗਤ ਕਰਦਾ। ਸਾਰਿਆਂ ਨੂੰ ਮੈਂ ਸਤਿ ਸ੍ਰੀ ਅਕਾਲ ਬੁਲਾਉਣਾ ਜੀ, ਸਾਰਿਆਂ ਦਾ ਸਤਿਕਾਰ ਕਰਦਾ। ਮੈਂ ਤੁਹਾਨੂੰ ਬੇਨਤੀ, ਜਿਹੜੀ ਤੁਸੀਂ ਮੁੱਦਾ ਉਠਾਇਆ ਕਿਸਾਨੀ ਦਾ, ਜੀ ਜੀ, ਇਹ ਬੜਾ ਅਹਿਮ ਮੁੱਦਾ ਹੈ। ਅੱਜ ਦੀ ਜੋ ਸਮੇਂ ਚੱਲ ਰਿਹਾ, ਇਹਦੇ ਵਿੱਚ ਬਹੁਤ ਇਹਨੂੰ ਘਟਾ ਕੇ ਨਹੀਂ ਵੇਖਿਆ ਜਾਣਾ ਚਾਹੀਦਾ। ਬੜਾ ਮੇਜਰ ਇਸ਼ੂ ਹੈ ਪੰਜਾਬ ਦਾ, ਬਿਲਕੁਲ ਜੀ, ਕਿਉਂਕਿ ਬਿਲਕੁਲ। ਮੁੱਖ ਫਸਲ ਜਿਹੜਾ ਝੋਨਾ ਹੈ, ਤੇ ਝੋਨੇ ਦੀ ਬਿਜਾਈ ਲੇਬਰ, ਪ੍ਰਵਾਸੀ ਲੇਬਰ ਇੱਥੇ ਨਾ ਹੋਣ ਕਰਕੇ ਜਿਹੜੀ ਸਾਡੀ ਲੋਕਲ ਲੇਬਰ ਹੈ, ਉਹਦਾ ਤੇ ਕਿਸਾਨਾਂ ਦਾ ਕਈ ਪਿੰਡਾਂ ਦੇ ਵਿੱਚ ਟਕਰਾਓ ਵਾਲਾ ਮਾਹੌਲ ਵੀ ਬਣ ਗਿਆ ਰੇਟ ਦੇ ਉੱਪਰਾਂ। ਜੀ ਬਿਲਕੁਲ। ਉਸ ਚੀਜ਼ ਨੇ ਜਨਮ ਦਿੱਤਾ ਨਵੀਂ ਟੈਕਨੀਕ ਨੂੰ, ਕਿ ਲੋਡ ਕਾਢ ਦੀ ਮਾਂ ਹੈ। ਕੋਈ ਨਵੀਂ ਟੈਕਨੀਕ ਆ ਗਈ, ਦੀ ਸਿੱਧੀ ਬਿਜਾਈ ਕਰੋ। ਉਹ ਸਿੱਧੀ ਬਿਜਾਈ ਨੇ ਕਿਸਾਨਾਂ ਦੇ ਵਾਸਤੇ ਇੱਕ ਨਵੀਂ ਸਮੱਸਿਆ ਪੈਦਾ ਕਰ ਦਿੱਤੀ। ਸਿੱਧੀ ਬਿਜਾਈ, ਪਹਿਲੋਂ ਪਾਣੀ ਉਹਨੂੰ ਰੌਣੀ ਕਰਨਾ ਪਏਗਾ, ਜਿਹਨੂੰ ਆਪਾਂ ਪਿੰਡਾਂ ਦੇ ਵਿੱਚ ਰੌਣੀ ਕਰਨਾ ਕਹਿੰਦੇ ਸੀ, ਜਾਂ ਸਿੰਜਾਈ ਕਰਨਾ ਕਹਿੰਦੇ ਸੀ। ਪਹਿਲੀ ਜੀ ਜੀ, ਜਿਹੜੀ ਆਪਾਂ ਬੀਜਣ ਤੋਂ ਪਹਿਲਾਂ ਕਰਦੇ ਆ ਸਿੰਜਾਈ, ਉਹ ਬਿਲकुल ਜੀ, ਬਿਲकुल। ਸਿੰਜਾਈ ਤੋਂ ਬਾਅਦ ਉਹਨੂੰ ਜਦੋਂ ਉਹ ਵੱਤ ਆਉਣੀ ਹੈ, ਉਸ ਤੋਂ ਬਾਅਦ ਉਹਨੂੰ ਵਾਹ ਕੇ ਫਿਰ ਉਹਦੇ ਤੇ ਜਿਹੜਾ ਵਾਹਣ ਹੈ ਉਹਦੇ ਚ ਸਪਰੇਅ ਕੀਤੀ ਜਾਂਦੀ ਹੈ ਨਦੀਨਨਾਸ਼ਕ, ਉਹ ਜਿਹੜਾ ਨਦੀਨ ਨਾ ਉੱਠੇ। ਉਸ ਜੀ ਤੋਂ ਜੀ, ਬਾਅਦ ਜਦੋਂ ਵੱਤ ਆਉਣੀ ਹੈ, ਉਹ ਬੀਜਿਆ ਜਾਣਾ ਹੈ। ਉਸ ਤੋਂ 21 ਦਿਨ ਬਾਅਦ ਫਰਜ਼ ਕਰੋ ਜੀ, ਉਹ ਆਪਾਂ ਨੂੰ ਫਿਰ ਪਹਿਲਾਂ ਪਾਣੀ ਆਉਂਦਾ। ਉਹ ਤਾਂ ਉਹਦੀ ਸਹੂਲਤ ਹੈ ਸਾਡੇ ਲਈ, ਬਟ ਕਿਸਾਨੀ ਦੀ ਸਮੱਸਿਆ ਅੱਜ ਲਵਾਈ ਦੇ ਉੱਤੇ ਆਣ ਕੇ ਇਹ ਖੜੀ ਹੈ ਕਿ ਮੇਜਰ ਰੇਟ ਜਿਹੜਾ ਹੈ ਕਿਸਾਨਾਂ ਦਾ, ਉਹ ਆਪਸ ਵਿੱਚ ਤੈਅ ਨਹੀਂ ਹੁੰਦਾ ਸੀਗਾ। ਪਰ ਫਿਰ ਵੀ ਇਸ ਗੱਲ ਦਾ ਸੋਚ ਚੁੱਕਾ ਕਿ ਫਿਰ ਵੀ ਧਿਰਾਂ ਜਿਹੜੀਆਂ ਪੰਜਾਬ ਦਾ ਮਜ਼ਦੂਰ ਤੇ ਪੰਜਾਬ ਦਾ ਕਿਸਾਨ, ਇਹ ਰਲ ਬੈਠ ਕੇ ਇਸ ਸਮੱਸਿਆ ਦਾ ਹੱਲ ਕੱਢ ਲੈਂਦਾ ਹੁੰਦਾ। ਪਹਿਲੋਂ ਭਾਵੇਂ ਕੁਝ ਮੇਰੇ ਵਰਗੇ ਗਰਮ ਖਿਆਲੀਏ, ਚਾਹੇ ਕਿਸਾਨਾਂ ਚੋਣ ਤੇ ਚਾਹੇ ਉਹ ਮਜ਼ਦੂਰਾਂ ਚੋਣ, ਉਹ ਹਵਾ ਦੇ ਕੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕਰਦੇ, ਪਰ ਉਹ ਮਾਹੌਲ ਦਾ ਯਤਨ ਜਿਹੜਾ ਨਹੀਂ ਜੀ ਹੋਇਆ ਜੀ, ਖਰਾਬ। ਬਿਲकुल। ਜੇ ਸੂਰਤ ਸਿੰਘ ਜੀ, ਆਪਾਂ ਗੱਲ ਆਪਾਂ ਕਰੀਏ ਕਿ ਸਰਕਾਰ ਨੇ ਵੀ ਆਪਣੇ ਵੱਲੋਂ ਪ੍ਰਬੰਧਾਂ ਦਾ ਹਰ ਵਾਰੀ ਦਾਅਵਾ ਹੁੰਦਾ, ਭਾਵੇਂ ਉਹ ਕਣਕ ਦੀ ਖਰੀਦ ਸੀਗੀ ਜਾਂ ਹੁਣ ਝੋਨੇ ਦੀ ਲਵਾਈ ਹੈ। ਕਿਉਂਕਿ ਜਿਹੜੀਆਂ ਤੁਸੀਂ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਝੋਨੇ ਦੀ ਆਪਾਂ ਬਿਨਾਂ ਪਨੀਰੀ ਬੀਜੇ ਤੋਂ ਆਪਾਂ ਸਿੱਧੀ ਲਵਾਈ ਕਰਦੇ ਹਾਂ, ਸਿੱਧੀ ਬਿਜਾਈ ਕਰਦੇ ਹਾਂ, ਉਹਦੇ ਲਈ ਜੀ ਤੁਹਾਨੂੰ ਲੱਗਦਾ ਕਿ ਸੂਬੇ ਦੇ ਵਿੱਚ ਜਾਂ ਹਰੇਕ ਪਿੰਡ, ਜ਼ਿਲ੍ਹੇ, ਕਸਬੇ ਦੇ ਤੱਕ ਉਹ ਮਸ਼ੀਨਾਂ ਪਹੁੰਚ ਗਈਆਂ ਨੇ ਕਿ ਜਿਹੜੀਆਂ ਇਸ ਦੀ ਸਿੱਧੀ ਲਵਾਈ ਕਰ ਸਕਣ, ਸਿੱਧੀ ਬਿਜਾਈ ਕਰ ਸਕਣ? ਤੇ ਜਾਂ ਫਿਰ ਕਿਸਾਨਾਂ ਨੂੰ ਹਜੇ ਇਸ ਤੱਕ ਇੰਨਾ ਜਾਗਰੂਕ ਕਿਸਾਨ ਹੋ ਚੁੱਕਿਆ ਹੈ ਕਿ ਉਹ ਜਿਹੜਾ ਇਸ ਸਾਰੀ ਪ੍ਰਕਿਰਿਆ ਨੂੰ, ਇੱਕ ਨਵੀਂ ਪ੍ਰਕਿਰਿਆ ਨੂੰ ਉਹ ਅਪਣਾ ਸਕੇ? ਇਸ ਤਰ੍ਹਾਂ ਹੈ ਹਰਪ੍ਰੀਤ ਜੀ, ਉਨੀਆਂ ਮਸ਼ੀਨਾਂ ਤਾਂ ਤਿਆਰ ਹੋ ਹੀ ਨਹੀਂ ਸਕੀਆਂ ਜੇ ਇੰਡਸਟਰੀ ਤੋਂ, ਕਿਉਂਕਿ ਨਵਾਂ ਪੈਟਰਨ ਤਿਆਰ ਹੋ ਰਿਹਾ ਹੈ। ਨਵਾਂ ਪੈਟਰਨ ਜਦੋਂ ਵੀ ਤਿਆਰ ਹੁੰਦਾ ਤੇ ਪਹਿਲੇ ਸੀਜ਼ਨ ਦੇ ਵਿੱਚ ਕਦੀ ਵੀ ਉਹ ਸਾਰੀ ਮਸ਼ੀਨਰੀ ਨਹੀਂ ਆਉਂਦੀ ਹੁੰਦੀ। ਪਰ ਜੀ ਸਾਡੇ ਕਿਸਾਨ ਜਿਹੜੇ ਆ ਫਿਰ ਵੀ ਕਾਫੀ ਇਸ ਗੱਲ ਤੇ ਜਾਗਰੂਕ ਨੇ। ਉਹਨਾਂ ਨੇ ਪੁਰਾਣੀਆਂ ਜ਼ੀਰੋ ਡਰਿਲਾਂ ਦੇ ਉੱਤੇ ਆਪਣੇ ਜਿਹੜੇ ਬੀਜ ਦੇਣ ਵਾਲੀਆਂ ਉਹਨਾਂ ਦੀਆਂ ਫਿਰਕੀਆਂ, ਉਹਨਾਂ ਦੇ ਵਿੱਚ ਮੋਮ ਢਾਲ ਕੇ, ਜਾਂ ਉਹਨਾਂ ਦੇ ਵਿੱਚ ਤੁਸੀਂ ਸਮਝੋ ਕਿ ਉਹਨਾਂ ਨੂੰ ਬੰਦ ਕਰਕੇ ਜੁਗਾੜ ਉਹਨਾਂ ਤੋਂ ਲਗਾ ਵੀ ਕੇ, ਕੰਮ ਜਿਹਨੂੰ ਅਸੀਂ ਲਿਆ ਕਹਿ ਜਾਵੇ। ਸਕਦੇ ਹਾਂ, ਜੁਗਾੜ ਲਗਾ ਕੇ ਕੰਮ ਲਿਆ। ਜੁਗਾੜ ਲਗਾ, ਬਿਲਕੁਲ ਪੰਜਾਬੀ ਜੁਗਾੜੀ ਹੈ ਜੀ, ਤੇ ਜੁਗਾੜ ਲਗਾ ਕੇ ਵੀ ਉਹ ਆਪਣਾ ਡੰਗ ਸਾਰ ਰਹੇ। ਨਹੀਂ ਬਿਲਕੁਲ, ਪਰ ਇੱਕ ਇੱਕ ਪਾਸੇ ਜਿਹੜੇ ਸਰਕਾਰ ਹੈ, ਸਰਕਾਰ ਉਤਸ਼ਾਹਿਤ ਹਾਂਜੀ ਕਰ ਰਹੀ ਹੈ, ਭਾਵੇਂ ਉਹ ਖੇਤੀਬਾੜੀ ਯੂਨੀਵਰਸਿਟੀ ਹੋਵੇ ਜਾਂ ਹੋਰ ਸਾਡੀਆਂ ਖੇਤੀਬਾੜੀ ਮਹਿਕਮਾ ਹੋਵੇ ਸਾਡੇ ਸੂਬੇ ਦਾ, ਉਹ ਇਸ ਚੀਜ਼ ਨੂੰ ਉਤਸ਼ਾਹਿਤ ਹਾਂਜੀ ਕਰ ਰਿਹਾ ਕਿ ਤੁਸੀਂ ਸਿੱਧੀ ਬਿਜਾਈ ਵੱਲ ਨੂੰ ਤੁਰੋ। ਤੇ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਪਾਣੀ ਦੀ ਸਮੱਸਿਆ ਹੈ, ਕਿ ਝੋਨੇ ਦੀ ਜਿਹੜੀ ਸਿੱਧੀ ਬਿਜਾਈ ਹੈ ਉਹਦੇ 'ਚ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਿਕਲਦਾ ਨਜ਼ਰ ਆਉਂਦਾ ਹੈ?
ਗੱਲ ਹਰਪ੍ਰੀਤ ਜੀ, ਪਾਣੀ ਦੀ ਸਮੱਸਿਆ ਤਾਂ ਹੈ ਹੀ ਹੈ। ਪਾਣੀ ਤੋਂ ਬਿਨਾਂ ਝੋਨਾ ਹੁੰਦਾ ਹੀ ਨਹੀਂ, ਜੀ ਝੋਨਾ ਲੱਗਦਾ ਹੀ ਨਹੀਂ, ਝੋਨੇ ਦੀ ਪਨੀਰ ਹੀ ਨਹੀਂ ਲੱਗਦੀ। ਇਸ ਕਰਕੇ ਪੰਜਾਬ ਸਰਕਾਰ ਨੂੰ ਇਹ ਜਦੋਂ ਪਤਾ ਲੱਗਿਆ ਸੀ ਕਿ ਲੇਬਰ ਦੀ ਸਮੱਸਿਆ ਆਉਣੀ ਹੈ, ਪੰਜਾਬ ਸਰਕਾਰ ਦਾ ਫੌਰੀ ਫਰਜ਼ ਬਣਦਾ ਸੀ ਕਿ ਜਿਹੜਾ ਉਹਨਾਂ ਨੇ 10 ਤਰੀਕ ਦਾ ਜੂਨ ਦਾ ਝੋਨੇ ਦਾ ਟਾਈਮ ਦਿੱਤਾ ਹੈ, ਇਸ ਨੂੰ 1 ਜੂਨ ਤੇ ਲਿਆਉਂਦੇ ਤੇ 1 ਤੋਂ ਪਹਿਲਾਂ ਵੀ ਉਹ ਬਿਜਲੀ 16 ਘੰਟੇ ਕਿਸਾਨਾਂ ਨੂੰ ਦੇਣੀ ਸ਼ੁਰੂ ਕਰਦੇ, ਤਾਂ ਕਿ ਉਹ ਪਾਣੀ ਆਪਣੇ ਖੇਤਾਂ ਨੂੰ, ਜਿਹੜੇ ਖੁਸ਼ਕ ਖੇਤਾਂ ਨੂੰ ਪਾਣੀ ਦੇ ਸਕਦੇ, ਰੌਣੀ ਕਰ ਸਕਦੇ, ਉਹਦੇ ਸਿੰਚਾਈ ਕਰ ਸਕਦੇ। ਫਿਰ ਉਹ ਵੱਤ ਆ ਜਾਂਦੀ। ਤੇ ਇਹ ਜਿਹੜੀ ਸਿੱਧੀ ਬਿਜਾਈ ਹੈ, ਇਹ ਅਕਸਰ ਪੀਰੀਅਡ ਜ਼ਿਆਦਾ ਲੈਂਦੀ ਹੈ ਦੂਸਰੀ ਝੋਨੇ ਦੀ ਪਨੀਰੀ ਨਾਲ। ਜੀ ਜੀ, ਪੱਕਣ ਦੇ ਵਿੱਚ ਵੀ ਹੋ ਸਕਦਾ ਕਿ ਫਸਲ ਸਰਕਾਰ ਜਿਹੜੀ ਹੈ ਇਸ ਨਾ, ਵਿੱਚ ਪੱਕਣ ਦੇ ਮੈਂ ਵਿੱਚ ਵੀ ਸਮਝਦਾ, ਸਮਾਂ ਜ਼ਿਆਦਾ ਲਏਗੀ। ਪੱਕਣ ਦੇ ਵਿੱਚ ਤਾਂ ਸਮਾਂ ਜ਼ਿਆਦਾ ਲੈਗੀ ਪਰ ਪਾਣੀ ਘੱਟ ਲੈਗੀ। ਇਹ ਨੋਟ ਕਰੋ, ਜਿਹੜੀ ਸਿੱਧੀ ਬਿਜਾਈ ਹੈ, ਇਹ ਪਾਣੀ ਘੱਟ, ਇਹਦੀ ਖਪਤ ਘੱਟ ਹੋਏਗੀ, ਪਰ ਸਰਕਾਰ ਨੂੰ ਇਹਦੀ 1 ਜੂਨ ਬਿਜਾਈ ਕਰਵਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਔਰ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਅੱਜ 31 ਸੀ, ਅੱਜ ਤੋਂ 1 ਹਫ਼ਤਾ ਪਹਿਲਾਂ ਬਿਜਲੀ ਦੇ ਦੇਣੀ ਚਾਹੀਦੀ। ਇਸੇ 16 ਘੰਟੇ ਸਾਰੇ ਪੰਜਾਬ ਦੀ ਸਿੰਚਾਈ ਹੋ ਜਾਂਦੀ ਔਰ ਇਹ 1 ਜੂਨ ਤੋਂ ਝੋਨਾ ਡਰਿਲ ਹੋ ਜਾਂਦਾ। ਭਾਵੇਂ ਡਰਿਲ ਕੋਈ ਥਾਵਾਂ ਤੇ ਹੋ ਵੀ ਰਿਹਾ, ਪਰ ਸਰਕਾਰੀ ਤੌਰ ਤੇ ਅਜੇ ਵੀ ਜਕੜ ਉੱਥੇ ਹੀ ਖੜੀ ਹੈ ਕਿ 10 ਜੂਨ ਤੋਂ ਬਾਅਦ ਲਾਓ। 10 ਜੂਨ ਤੋਂ ਬਾਅਦ ਤਾਂ ਪਨੀਰੀ ਵਾਲਾ ਝੋਨਾ ਲਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਪਰ ਸਿੱਧੇ ਝੋਨੇ ਦੀ ਬਿਜਾਈ ਜਿਹੜੀ ਹੈ, ਇਹ ਮੇਰੇ ਹਿਸਾਬ ਦੇ ਨਾਲ 25 ਮਈ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਤਾਂ ਕਿ ਇਹਦਾ ਜਿਹੜਾ ਅਗਲੀ ਫਸਲ ਤੇ ਅਸਰ ਨਾ ਪਵੇ। ਜੀ ਸੂਰ ਸਿੰਘ ਜੀ, ਜੇ ਅਸੀਂ ਅਗਲੀ ਗੱਲਬਾਤ ਵਧੀਏ ਤਾਂ ਉਹ ਕਿਸਾਨਾਂ ਲਈ, ਖੇਤੀਬਾੜੀ ਲਈ ਜਿਹੜਾ ਬਿਜਲੀ ਬਿੱਲਾਂ ਦਾ ਮੁੱਦਾ ਹੈ, ਉਹ ਜੀ ਖਾਸ ਥੋੜੇ ਪਿਛਲੇ 3-4 ਦਿਨਾਂ ਤੋਂ ਉੱਭਰ ਕੇ ਸਾਹਮਣੇ ਆਇਆ। ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਇੱਕ ਪ੍ਰੈਸ ਕਾਨਫਰੰਸ ਕਰਦੀ ਹੈ ਲੁਧਿਆਣੇ ਵਿੱਚ, ਜਿਸ 'ਚ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਅਤੇ ਉਹਨਾਂ ਦੇ ਨਾਲ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਚੀਮਾ ਤੇ ਇੱਕ ਸੁਨਾਮ ਤੋਂ ਜੀ ਵਿਧਾਇਕ ਨੇ ਅਮਨ ਅਰੋੜਾ ਜੀ, ਉਹ ਅਰੋੜਾ ਸੂਬਾ ਸਰਕਾਰ ਤੇ ਉਹ ਇਲਜ਼ਾਮ ਲਾਉਂਦੇ ਨੇ ਕਿ ਜਿਹੜੀ ਸੂਬਾ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ, ਇਹਨਾਂ ਨੇ ਤਿਆਰੀ ਕਰ ਲਈ ਹੈ ਕਿ ਕਿਸਾਨੀ ਲਈ ਜਿਹੜੀ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ, ਉਹਦੇ ਤੇ ਬਿੱਲ ਲਗਾਏ ਜਾਣਗੇ। ਤੇ ਕੈਪਟਨ ਸਾਹਿਬ ਵੱਲੋਂ ਵੀ ਇਹ ਸਪਸ਼ਟੀਕਰਨ ਆ ਗਿਆ ਹੈ। ਉਹਨਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਗੱਲ ਸਪਸ਼ਟ ਕੀਤੀ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ, ਉਹ ਕਿਸਾਨੀ ਲਈ ਜਿਹੜੀ ਮੁਫ਼ਤ ਬਿਜਲੀ ਦੀ ਸੁਵਿਧਾ ਹੈ, ਉਹਨੂੰ ਲਗਾਤਾਰ ਜਾਰੀ ਰੱਖੇਗੀ। ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ? ਦੇਖੋ, ਗੱਲ ਇਹ ਹੈ ਹਰਪ੍ਰੀਤ ਜੀ, ਜੇ ਕੈਪਟਨ ਸਾਹਿਬ ਆਪਣੇ ਇਸ ਵਾਅਦੇ ਤੇ ਕਾਇਮ ਰਹਿਣ, ਉਹ ਤੇ ਲੋਕ ਯਕੀਨ ਕਾਹਦੀ ਕਰਨਗੇ ਜੇ ਕੈਪਟਨ ਸਾਹਿਬ ਪਹਿਲੇ ਵਾਅਦਿਆਂ ਦੀ ਪੂਰਤੀ ਕਰਨ। ਪਹਿਲਾ ਵਾਅਦਾ ਉਹਨਾਂ ਨੇ ਆਪਣੇ ਇਸ ਪੀਰੀਅਡ ਚ ਆਉਣ ਤੋਂ ਪਹਿਲਾਂ, ਜੀ ਪਾਵਰ ਆਉਣ ਤੋਂ ਪਹਿਲਾਂ ਇਹ ਕਿਹਾ ਸੀ ਕਿ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗਾ। ਕਰਜ਼ੇ ਮਾਫ ਨਹੀਂ। ਜੀ ਇਸ ਲਈ ਬਿਲਕੁਲ। ਕਿਸਾਨ ਐਡੀ ਛੇਤੀ ਵਿਸ਼ਵਾਸ ਕਰਨਾ ਬੜਾ ਮੁਸ਼ਕਿਲ ਹੈ। ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਆਗਾਹ ਕਰ ਦਿਆਂ ਕਿ ਜਿੱਥੇ ਕੈਪਟਨ ਸਾਹਿਬ ਕਹਿੰਦੇ ਕਿ ਮੇਰੀ ਸਰਕਾਰ ਦੇ ਹੁੰਦਿਆਂ ਬਿਜਲੀ ਬਿੱਲ ਕਿਸਾਨਾਂ ਤੇ ਨਹੀਂ ਲੱਗਣਗੇ, ਉੱਥੇ ਖਦਸ਼ਾ ਪ੍ਰਗਟਾ ਰਿਹਾ ਤ੍ਰਿਪਤ ਰਜਿੰਦਰ ਬਾਜਵਾ, ਉਹਨਾਂ ਦੇ ਸੀਨੀਅਰ ਮੰਤਰੀ, ਕਿ ਸਾਡੇ ਤੇ ਸੈਂਟਰ ਪ੍ਰੈਸ਼ਰ ਪਾ ਰਿਹਾ ਕਿ ਬਿਜਲੀ ਦੇ ਬਿੱਲ ਲਾਓ। ਇਹਦਾ ਕਿਤੇ ਨਾ ਕਿਤੇ ਮਤਲਬ ਇਹ ਨਿਕਲਦਾ ਕਿ ਆਖਿਰਕਾਰ ਉਧਰ ਨੂੰ ਗੱਲ ਵੱਧ ਰਹੀ ਹੈ, ਜਿਸ ਦਾ ਕਿਸਾਨਾਂ ਨੂੰ ਖਦਸ਼ਾ ਹੈ। ਕੈਪਟਨ ਸਾਹਿਬ ਲੱਖ ਕਹੀ ਜਾਣ ਕਿ ਮੇਰੇ ਹੁੰਦਿਆਂ ਨਹੀਂ ਲੱਗਣਗੇ, ਪਰ ਕੈਪਟਨ ਸਾਹਿਬ ਜੇ ਪਹਿਲੇ ਵਾਅਦਿਆਂ ਨੂੰ ਨਿਭਾ ਦੇਣ ਤਾਂ ਮੇਰਾ ਖਿਆਲ ਹੈ ਕੈਪਟਨ ਇਸ ਵਾਅਦੇ ਉੱਤੇ ਵੀ ਯਕੀਨ ਕੀਤਾ ਜਾ ਸਕਦਾ। ਪਰ ਜੇ ਪਹਿਲੇ ਵਾਅਦੇ ਨਹੀਂ ਨਿਭਾਏ ਜਾ ਸਕਦੇ ਤੇ ਇਸ ਵਾਅਦੇ ਤੇ ਵੀ ਯਕੀਨ ਕਰਨਾ ਬੜਾ ਮੁਸ਼ਕਲ ਜਿਹਾ ਲੱਗਦਾ ਹੈ। ਔਰ ਆਉਣ ਵਾਲੇ ਸਮੇਂ ਵਿੱਚ ਜਿਹੜਾ ਖਰਚਾ ਕਿਸਾਨ ਪ੍ਰਗਟਾਉਂਦੇ ਆ, ਕਿਸਾਨ ਜਥੇਬੰਦੀਆਂ ਪ੍ਰਗਟਾਉਂਦੀਆਂ, ਆਮ ਆਦਮੀ ਪਾਰਟੀ ਨੇ ਵੀ ਪ੍ਰਗਟਾਇਆ, ਬਾਕੀ ਲੈਫਟ ਦੀਆਂ ਪਾਰਟੀਆਂ ਵੀ ਪ੍ਰਗਟਾ ਰਹੀਆਂ, ਇਹ ਤੋਂ ਸ਼ੱਕ ਨਹੀਂ, ਉਸ ਗੱਲ ਉਧਰ ਨੂੰ ਵੱਧ ਰਹੀ ਹੈ ਕਿ ਕਿਸਾਨਾਂ ਦੇ ਉੱਤੇ ਬਿਜਲੀ ਦੇ ਬਿੱਲ ਲੱਗਣਗੇ। ਨਹੀਂ, ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਉਹਨਾਂ ਦੇ ਆਪਣੇ ਹੀ ਮੰਤਰੀ ਜਿਹੜੇ ਨੇ, ਸੀਨੀਅਰ ਮੰਤਰੀ ਜਿਹੜੇ ਨੇ, ਉਹ ਕਹਿ ਰਹੇ ਨੇ ਇਸ ਗੱਲ ਨੂੰ ਕਿ ਕੇਂਦਰ ਦਾ ਦਬਾਅ ਵੱਧਦਾ ਜਾ ਰਿਹਾ ਹੈ, ਤੁਹਾਨੂੰ ਲੱਗਦਾ ਕਿ ਜੀ ਸੂਬਾ ਸਰਕਾਰ ਇਸ ਸਥਿਤੀ ਦੇ ਵਿੱਚ ਹੈ ਕਿ ਉਹ ਕੇਂਦਰ ਸਰਕਾਰ ਦੀ ਗੱਲ ਨਾ ਮੰਨੇ ਤੇ ਜਾਂ ਉਹ ਜਿਹੜਾ ਉਹਨਾਂ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ, ਉਹਨੂੰ ਝੱਲ ਸਕੇ? ਹੈ ਇੰਨੀ ਸਮਰੱਥ ਆਪਣੀ ਪੰਜਾਬ ਸਰਕਾਰ? ਦੇਖੋ, ਮੈਂ ਤੁਹਾਨੂੰ ਬੇਨਤੀ ਸਪਸ਼ਟ ਕਰ ਦਿਆਂ ਕਿ ਸਾਡੀਆਂ ਸਰਕਾਰਾਂ ਉਹ ਆਪਣਾ ਜੀਵਨ ਪੀਰੀਅਡ ਵਧਾਉਣ ਵਾਸਤੇ ਬਹੁਤ ਸਾਰੀਆਂ ਬਸ ਵਾਅਦਿਆਂ ਦੇ ਵਿੱਚ ਚੱਲਦੀਆਂ, ਦਾਅਵਿਆਂ ਦੇ ਵਿੱਚ ਚੱਲਦੀਆਂ, ਪਰ ਉਹਨੂੰ ਅਮਲੀ ਰੂਪ ਨਹੀਂ ਦਿੰਦੀਆਂ। ਮਿਸਾਲ ਦੇ ਜੀ ਤੌਰ ਤੇ ਮੈਂ ਪਿਛਲੀ ਸਰਕਾਰ ਦੀ ਵੀ ਗੱਲ ਕਰਦੇ ਹੁਣ ਦੀ ਨਾਲ ਲਿੰਕ ਕਰਕੇ ਕਿ ਬਹੁਤ ਜੱਦੋ-ਜਹਿਦ ਨਾਲ ਕਿਸਾਨਾਂ ਨੇ 2014 ਦੇ ਵਿੱਚ ਇੱਕ ਮੰਗ ਬਣਾਈ ਸੀ ਕਿ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰੋ, ਔਰ ਮੋਦੀ ਜੀ ਸਾਹਿਬ ਨੇ ਆਪਣੇ ਏਜੰਡੇ 'ਚ ਵੀ ਲੈ ਆਂਦਾ ਸੀ ਸੈਂਟਰ ਨੇ। ਮਗਰ ਜਦੋਂ ਮੋਦੀ ਸਾਹਿਬ ਇਨ ਪਾਵਰ ਆਏ ਤਾਂ ਉਹ ਉਸ ਏਜੰਡੇ ਤੋਂ ਫਿਸਲ ਗਏ। ਉੱਥੇ ਆਣ ਕੇ ਸਾਡੇ ਪੰਜਾਬ ਸਰਕਾਰ ਦੇ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਨੇ ਮੰਤਰੀ ਇੱਥੇ ਜਿਹੜਾ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ
ਕਿ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਲਾਗੂ ਹੋਣੀਆਂ ਚਾਹੀਦੀਆਂ ਨੇ। ਪਰ ਸੈਂਟਰ ਦੇ ਵਿੱਚ ਬੀਬਾ ਹਰਸਿਮਰਤ ਜਿਹੜੇ ਇਹਨਾਂ ਨਾਲ ਇਹਨਾਂ ਦੀ ਪਾਰਟੀ ਅਲਾਈ ਸੀ ਬੀਜੇਪੀ ਦੇ ਨਾਲ, ਅਕਾਲੀ ਦਲ, ਉੱਥੇ ਉਹਨਾਂ ਨੇ ਜਿਹੜੀ ਸੈਂਟਰ ਸਰਕਾਰ ਹੈ ਉਹਨਾਂ ਨੇ ਸੁਪਰੀਮ ਕੋਰਟ 'ਚ ਲਿਖ ਕੇ ਦਿੱਤਾ ਕਿ ਅਸੀਂ ਆਪਣਾ ਜਿਹੜੀਆਂ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਲਾਗੂ ਨਹੀਂ ਕਰ ਸਕਦੇ, ਐਫੀਡੇਵਿਟ ਦਿੱਤਾ। ਹੁਣ ਦੋ ਪਾਲਿਸੀ, ਡਬਲ ਪਾਲਿਸੀ ਹੋ ਗਈ। ਇੱਥੇ ਲੋਕਾਂ ਨੂੰ ਟਿਕਾਉਣ ਵਾਸਤੇ ਹੋ ਗਈ ਕਿ ਅਸੀਂ ਤਾਂ ਮਤਾ ਪਾ ਦਿੱਤਾ, ਉੱਥੇ ਉਹ ਸੈਪਰੇਟ ਦੇ ਨਾਲ ਇਹਨਾਂ ਦੀ ਪਾਰਟੀ ਸਹਿਮਤ ਹੋਈ। ਇਸੇ ਤਰ੍ਹਾਂ ਹੀ ਤ੍ਰਿਪਤ ਰਜਿੰਦਰ ਬਾਜਵਾ ਸਾਹਿਬ ਦਾ ਇਹ ਕਹਿਣਾ ਕਿ ਸੈਂਟਰ ਸਾਡੇ ਤੇ ਪ੍ਰੈਸ਼ਰ ਪਾ ਰਿਹਾ ਹੈ, ਔਰ ਕੈਪਟਨ ਸਾਹਿਬ ਇਹ ਕਹਿਣ ਕਿ ਨਹੀਂ ਅਸੀਂ ਕਿਸਾਨਾਂ ਨੂੰ ਬਿਜਲੀ ਦੇਵਾਂਗੇ, ਇਹ ਗੱਲ ਦੋ ਵੱਖ-ਵੱਖ ਲੋਕਾਂ ਨੂੰ ਟਿਕਾਉਣ ਦੀ ਹੈ ਨਾ, ਇੱਕ ਵਿਧੀ ਤਾਂ ਹੋ ਸਕਦੀ ਹੈ ਪਰ ਪੂਰਨ ਹੱਲ ਨਹੀਂ ਹੈ। ਨਹੀਂ, ਬਿਜਲੀ ਦੇ ਮਾਮਲੇ ਦੇ ਉੱਤੇ ਸੂਰਜ ਸਿੰਘ ਜੀ, ਜਿਸ ਤਰ੍ਹਾਂ ਇਹ ਹੈਗਾ ਕਿ PSPCL ਹੋ ਗਿਆ ਜਾਂ ਡਿਸਟ੍ਰੀਬਿਊਸ਼ਨ ਦੀਆਂ ਹੋਰ ਜਿਹੜੀਆਂ ਕੰਪਨੀਆਂ ਨੇ, ਇਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਘਾਟਾ ਵੀ ਪੈ ਰਿਹਾ ਪੰਜਾਬ ਸਰਕਾਰ ਨੂੰ। ਇਹ ਨਹੀਂ ਹੈ ਕਿ ਇਸ ਪਾਸਿਓਂ ਮੁਨਾਫੇ ਦੇ ਵਿੱਚ ਹੈ, ਇਸ ਪਾਸੇ ਘਾਟਾ ਵੀ ਖੱਟ ਰਹੀ ਹੈ ਪੰਜਾਬ ਸਰਕਾਰ। ਪਰ ਫਿਰ ਵੀ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਚੀਜ਼ ਨੂੰ ਲੈ ਕੇ ਹੋ ਸਕਦਾ ਕਿ ਕਰਜ਼ ਲਿਆ ਜਾਵੇ, ਤੇ ਤੁਹਾਨੂੰ ਲੱਗਦਾ ਕਿ ਇਹੋ ਜਿਹੀਆਂ ਚੀਜ਼ਾਂ ਲਈ ਕਰਜ਼ ਲੈਣਾ ਕਿਉਂਕਿ ਪਹਿਲਾਂ ਹੀ ਪੰਜਾਬ ਦੇ ਉੱਤੇ ਜਿਹੜਾ ਕਰਜ਼ ਹੈਗਾ ਉਹ ਬਹੁਤ ਜ਼ਿਆਦਾ ਹੋ ਚੁੱਕਿਆ ਹੈ, ਤੁਹਾਨੂੰ ਕੀ ਲੱਗਦਾ ਕਿ ਇਹ ਜਾਇਜ਼ ਹੈ? ਜੀ ਕਦੀ ਵੀ ਆਪਾਂ ਇਹ ਤਸਵੀਰ ਦਾ ਇੱਕ ਪੱਖ ਨਹੀਂ ਦੇਖ ਸਕਦੇ, ਦੋਨੇ ਪੱਖ ਦੇਖੋ। ਬਿਜਲੀ ਮਹਿੰਗੀ ਸਾਰੇ ਭਾਰਤ ਵਿੱਚੋਂ ਜੇ ਹੈ ਤੇ ਸਾਡੇ ਪੰਜਾਬ ਦੇ ਵਿੱਚ ਜੀ, ਉਹਦਾ ਕਾਰਨ ਕਿ ਜੋ ਪਿਛਲੇ ਅਕਾਲੀ ਸਰਕਾਰ ਨੇ ਸਮਝੌਤੇ ਕੀਤੇ ਬਿਜਲੀ ਕੰਪਨੀਆਂ ਨਾਲ, ਉਹਨਾਂ ਨੂੰ ਕੈਪਟਨ ਸਾਹਿਬ ਲਾਗੂ ਕਰ ਰਹੇ। ਕਿਉਂ ਨਹੀਂ ਉਹਨਾਂ ਸਮਝੌਤਿਆਂ ਨੂੰ ਤੋੜ ਕੇ ਤੇ ਉਹਨਾਂ ਜਿਹੜੀਆਂ ਕੰਪਨੀਆਂ ਹੋਰ ਵੀ ਇਹਨਾਂ ਨੂੰ ਡਾਊਨ ਰੇਟ 'ਚ ਆਪਣਾ ਬਿਜਲੀ ਸਪਲਾਈ ਕਰਨਾ ਚਾਹੁੰਦੇ ਹੈ, ਉਹਨਾਂ ਦੇ ਨਾਲ ਐਗਰੀਮੈਂਟ ਕੀਤੇ ਜਾਣ। ਔਰ ਸਭ ਤੋਂ ਖਤਰਨਾਕ ਮੱਦ ਉਹਦੇ ਵਿੱਚ ਇਹ ਰਹੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਬਿਜਲੀ ਪੈਦਾ ਕਰ ਦੇਣੀ ਹੈ, ਜੇ ਪੰਜਾਬ ਸਰਕਾਰ ਨਾ ਵੀ ਵਰਤੇ ਤਾਂ ਅਸੀਂ ਤੁਹਾਡੇ ਤੋਂ ਬਿੱਲ ਹਾਸਲ ਕਰ ਲੈਣਾ। ਬਿਜਲੀ ਕੰਪਨੀਆਂ ਨੇ ਆਪਣੇ ਐਗਰੀਮੈਂਟ ਵਿੱਚ ਬਾਦਲ ਸਾਹਿਬ ਤੋਂ ਸ਼ਰਤ ਬਣਾਈ ਕਿ ਕੈਪਟਨ ਸਾਹਿਬ ਨੂੰ ਲਾਗੂ ਕਰ ਰਹੇ। ਉਹਨਾਂ ਸਮਝੌਤੇ ਚੋਂ ਬਾਹਰ ਨਿਕਲਣ ਕੈਪਟਨ ਸਾਹਿਬ ਜ਼ਰੂਰਤ ਕਰਨ ਥੋੜੀ ਜਿਹੀ, ਕਿਉਂਕਿ ਜ਼ਰੂਰਤ ਇਹਦੇ 'ਚ ਪਾਣੀਆਂ ਦੇ ਵੇਲੇ ਕਰ ਸਕਦੇ ਸੀ। ਜਿਹੜਾ ਲਿੰਕ ਨਹਿਰ ਵਾਲਾ ਤੁਹਾਨੂੰ ਮਸਲੇ ਉਸ ਦਾ ਪਤਾ ਹੈ ਕਿ ਇਹਨਾਂ ਨੇ ਆਪਣੇ ਆਉਂਦਿਆਂ ਹੀ ਇਹ ਮਤਾ ਪਾ ਦਿੱਤਾ ਕਿ ਪਾਣੀ ਨਹੀਂ ਜਾਏਗਾ, ਔਰ ਉੱਥੇ ਪਹਿਲੇ ਸਮਝੌਤੇ ਰੱਦ ਕੀਤੇ। ਕੀ ਕਾਰਨ ਹੈ ਕਿ ਬਿਜਲੀ ਦੇ ਸਮਝੌਤੇ ਰੱਦ ਨਹੀਂ ਕੀਤੇ? ਉਹ ਰੱਦ ਕੀਤੇ ਜਾਣ, ਬਿਜਲੀ ਸਾਡੀ ਪੰਜਾਬ ਨੂੰ ਸਸਤੀ ਮਿਲ ਸਕਦੀ ਹੈ। ਔਰ ਉਸ ਦੇ ਨਾਲ ਜੇ ਸਸਤੀ ਬਿਜਲੀ ਹੋਏਗੀ ਤਾਂ ਮੇਰਾ ਖਿਆਲ ਸਾਨੂੰ ਘਾਟਾ ਨਹੀਂ ਪਏਗਾ। ਜੋ ਪਿੱਛੇ ਜਿਹੜਾ ਮਨਪ੍ਰੀਤ ਨੇ ਵੀ ਇਹ ਦੱਸਿਆ ਸੀਗਾ, ਸਾਡੇ ਵਿੱਤ ਮੰਤਰੀ ਹੋਰਾਂ, ਕਿ ਸਾਨੂੰ ਬਿਜਲੀ ਵਰਤੀ ਤੋਂ ਬਿਨਾਂ ਹੀ 4100 ਕਰੋੜ ਰੁਪਏ ਉਹਨਾਂ ਨੂੰ ਕੰਪਨੀਆਂ ਨੂੰ ਦੇਣਾ ਪੈ ਗਿਆ। ਘਾਟਾ ਤਾਂ ਉਹ ਘਾਟਾ ਹੈ, ਘਾਟਾ ਪੰਜਾਬ ਦੇ ਲੋਕਾਂ ਦਾ ਪਾਇਆ ਹੋਇਆ ਨਹੀਂ, ਘਾਟਾ ਉਹ ਗਲਤ ਐਗਰੀਮੈਂਟ ਪਾ ਰਿਹਾ। ਤੁਹਾਡੇ ਮੁਤਾਬਕ ਜਿਹੜੀਆਂ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਉਹ ਇਹਨਾਂ ਕੰਮਾਂ ਲਈ ਜ਼ਿੰਮੇਵਾਰ ਨੇ? ਜੇ ਅਸੀਂ ਅਗਲੀ ਖਬਰ ਵੱਲ ਵਧੀਏ ਤਾਂ ਅੱਗੇ ਅਸੀਂ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੱਲ੍ਹ ਤੋਂ ਜਿਹੜੀ ਲਾਕਡਾਊਨ ਦੇ ਵਿੱਚ ਢਿੱਲ ਦੀਆਂ ਜਿਹੜੀਆਂ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਹੋਏ ਨੇ ਕੇਂਦਰ ਸਰਕਾਰ ਵੱਲੋਂ, ਉਹ ਲਾਗੂ ਹੋ ਜਾਣਗੇ। ਉਹਦੇ 'ਚ ਪੜਾਵਾ ਢੰਗ ਦੇ ਨਾਲ ਹਰ ਇੱਕ ਚੀਜ਼, ਜੇ ਅਸੀਂ ਧਾਰਮਿਕ ਅਸਥਾਨਾਂ ਦੀ ਗੱਲ ਕਰੀਏ, ਵਿਦਿਅਕ ਅਦਾਰਿਆਂ ਦੀ ਗੱਲ ਕਰੀਏ, ਸਕੂਲਾਂ ਕਾਲਜਾਂ ਦੀ ਗੱਲ ਕਰੀਏ, ਤਾਂ ਉਹ ਇੱਕ ਪੜਾਵਾ ਢੰਗ ਨਾਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤੁਸੀਂ ਇਸ ਸਾਰੇ ਜੋ ਪ੍ਰਕਿਰਿਆ ਗ੍ਰਹਿ ਮੰਤਰਾਲੇ ਵੱਲੋਂ ਅਪਣਾਈ ਗਈ ਹੈ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਹਰਪ੍ਰੀਤ ਜੀ, ਇਹ 'ਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਜਿਹੜਾ ਮਹਾਮਾਰੀ ਦਾ ਜਿਹਨੂੰ ਅਸੀਂ ਇਸ ਵਾਇਰਸ ਨੂੰ ਦੇ ਰਹੇ ਹਾਂ ਮਹਾਮਾਰੀ ਦਾ ਨਾਂ, ਉਹਦਾ ਜੋ WHO ਵੱਲੋਂ ਪ੍ਰਗਟਾਇਆ ਗਿਆ ਖਦਸ਼ਾ ਹੈ ਕਿ ਇਹ ਇੱਕ ਹਮਲਾ ਬਹੁਤ ਵੱਡਾ ਹੋਰ ਵੀ ਹੋਣ ਵਾਲਾ ਹੈ। ਸਾਨੂੰ ਇਸ ਤੋਂ ਅਣਗੌਲਿਆ ਨਹੀਂ ਹੋਣਾ ਚਾਹੀਦਾ। ਅਸੀਂ ਵੀ ਉਹ ਲੋਕਾਂ ਦੇ ਵਿੱਚ ਆ ਜਿਹੜੇ ਆਕਸੀਜਨ ਤੇ ਜਿਉਂਦੇ ਆ। ਕਿ ਵਾਇਰਸ ਅਕਸਰ ਜੇ ਸਾਡੇ ਅੰਦਰ ਜਾਂਦਾ ਤੇ ਨੁਕਸਾਨ ਕਿਸੇ ਦਾ ਵੀ ਕਰ ਸਕਦਾ ਹੈ। ਔਰ ਇਹ ਵਾਇਰਸ ਦੇ ਵੇਖੋ ਵੀ ਇਹਦੇ ਵਿੱਚ ਨਾ ਤਾਂ ਕਿਸੇ ਧਰਮ ਦੇ ਵਿੱਚ ਛੋਟ ਹੈ, ਨਾ ਕਿਸੇ ਜਾਤ ਨੂੰ ਛੋਟ ਹੈ, ਨਾ ਰੰਗ ਨੂੰ, ਨਾ ਮਜ਼ਹਬ ਨੂੰ। ਬਿਲਕੁਲ ਜੀ, ਕੁਦਰਤੀ ਵਰਤਾਰਾ ਹੈ, ਕੁਦਰਤੀ ਵਰਤਾਰਾ। ਇਹ ਕੁਦਰਤੀ ਵਰਤਾਰਾ ਜੇ ਮਨੁੱਖਤਾ ਦੇ ਉੱਤੇ ਵਿਪਤਾ ਪਾਉਂਦਾ ਹੈ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਦੇ ਹੱਲ ਦੇ ਵੀ ਸੋਚਣਾ ਚਾਹੀਦਾ ਹੈ। ਉਹਦੇ ਵਿੱਚ ਜੇ ਸਰਕਾਰ ਨੇ ਕੁਝ ਬੰਦਸ਼ਾਂ ਨਵੀਆਂ ਲਿਆਂਦੀਆਂ, ਉਹਨਾਂ ਦੀ ਕਿਵੇਂ ਪਾਲਣਾ ਕੀਤੀ ਜਾਵੇ। ਪਰ ਇਸ ਪੜਾਅ ਦੇ ਵਿੱਚ ਜੇ ਸੱਚ ਪੁੱਛੋ ਤਾਂ ਮੇਰੀ ਆਪਣੀ ਨਿੱਜੀ ਰਾਏ ਤੁਸੀਂ ਪੁੱਛੀ ਹੈ, ਜਿਹੜੀ ਮੈਨੂੰ ਜੋ ਮੈਂ ਸਮਾਜ ਵਿੱਚ ਨੋਟ ਕਰ ਰਿਹਾ ਜੀ ਬਿਲਕੁਲ, ਬਹੁਤ ਸਾਰਾ ਨੁਕਸਾਨ ਦੇ ਪੱਖ ਵੀ ਸਾਹਮਣੇ ਆਏ। ਨੁਕਸਾਨ ਦੇ ਪੱਖ ਕਿ ਮਜ਼ਦੂਰਾਂ ਦੇ ਤੇ ਕਿਸਾਨਾਂ ਦੇ। ਕਿਸਾਨ ਤਾਂ ਚਲੋ ਆਪਣੇ ਵਿਚਾਰਾ ਕਰੋਨਾ ਦਾ ਮੈਂ ਕਹਿੰਦਾ ਜੇ ਅਸਲ ਹੀਰੋ ਤਾਂ ਕਿਸਾਨ ਆ, ਜਿਹੜਾ ਲਾਕਡਾਊਨ ਦੇ ਦੌਰਾਨ ਪੱਠੇ ਵੱਢਣ ਜਾਂਦਾ ਹੈ, ਲਾਕਡਾਊਨ ਦੇ ਦੌਰਾਨ ਪੱਠੇ ਕੁਤਰ ਕੇ ਪਾਉਂਦਾ ਪਸ਼ੂਆਂ ਨੂੰ। ਜੀ ਬਿਲਕੁਲ, ਸਭ ਤੋਂ ਵੱਡੀ ਗੱਲ ਇਹ ਹੈ ਕਿ ਲਾਕਡਾਊਨ ਦੇ ਇਸ ਸਮੇਂ ਵਿੱਚ ਜੇ ਕਿਸੇ ਦਾ ਢਿੱਡ ਭਰ ਰਿਹਾ
ਤਾਂ ਉਹ ਇੱਕ ਕਿਸਾਨ ਹੀ ਹੈ ਜਿਹਦੀ ਹਾਂਜੀ, ਮਿਹਨਤ ਦੀ ਕਿਸਾਨ ਸਦਕਾ ਭਾਈਚਾਰਾ। ਸਾਡੀ 1 ਕਰੋੜ ਸਵਾ ਅਰਬ ਦੀ ਜਿਹੜੀ ਹੈਗੀ ਸਾਡੀ ਜਨਸੰਖਿਆ, ਉਹ ਰੋਟੀ ਖਾ ਬਿਲਕੁਲ ਜੀ। ਰਹੀ ਹੈ। ਉਹ ਇੱਕ ਕਿਸਾਨ ਦੀ ਬਦੌਲਤ ਹੈ। ਕਿਸਾਨ ਦਾ ਇਹਨੂੰ ਮੈਂ ਕਰੋਨਾ ਦਾ ਅਖੀਰ ਅਸੀਂ ਮੰਨਦੇ ਹਾਂ ਕਿ ਇਹਨੇ ਬਹੁਤ ਤੜਕੋ ਕੇ ਆਪਣੀ ਜਾਨ ਦੀ ਨਾ ਪ੍ਰਵਾਹ ਕਰਦਾ ਹੋਇਆ ਕੰਮ ਕੀਤੇ, ਜਦ ਕਿ ਜਿਹੜੇ ਵੱਡੇ ਆਪਾਂ ਇੱਕ ਹਿੱਸਾ ਲੋਕਾਂ ਦਾ ਜਿਨ੍ਹਾਂ ਕੋਲ ਆਪਣੀ ਇਕਨੋਮੀ ਦਾ ਕੁਝ ਕਾਫੀ ਹਿੱਸਾ ਹੈ, ਜਿਹਨਾਂ ਨੂੰ ਆਪਾਂ ਧਨੀ ਸ਼੍ਰੇਣੀ ਕਹਿ ਸਕਦੇ ਹਾਂ, ਜੀ, ਉਹ ਜੀ। ਤਾਂ ਲਾਕਡਾਊਨ ਦੇ ਦੌਰਾਨ ਏਸੀਆਂ ਦੇ ਥੱਲੇ ਬਹਿ ਕੇ ਵੀ ਗੁਜ਼ਾਰਾ ਕਰ ਸਕਦੇ। ਪਰ ਜੀ, ਜੀ। ਕਿਸਾਨੀ ਦੀ ਬਹੁਤ ਇਸ ਵੇਲੇ ਮੰਦਵਾੜੇ ਵੱਲ ਜਾ ਰਹੀ ਹੈ, ਔਰ ਇਹਦੇ ਨਾਲ ਨਾਲ ਜਿਹੜਾ ਮਜ਼ਦੂਰ ਦੀ ਹਾਲਤ ਵੀ ਮੈਂ ਬਹੁਤੀ ਚੰਗੀ ਨਹੀਂ ਗਿਣਦਾ। ਉਹਨਾਂ ਦੇ ਆਰਥਿਕ ਸੋਮੇ ਵੀ ਬੰਦ ਹੋ ਗਏ, ਔਰ ਉਹਨਾਂ ਆਰਥਿਕ ਸੋਮੇ ਬੰਦ ਹੋਣ ਦੇ ਨਾਲ ਸਾਡੇ ਪਿੰਡਾਂ ਦੀ ਜਿਹੜੀ ਸਮੱਸਿਆ, ਜਿਹੜੀ ਪੇਂਡੂ ਜ਼ਿੰਦਗੀ ਹੈ, ਇਹ ਲੜਖੜਾ ਚੁੱਕੀ ਹੈ। ਜੀ। ਜੇ ਅਸੀਂ ਪੰਜਾਬ ਤੋਂ ਸੂਰ ਸਿੰਘ ਜੀ, ਪੰਜਾਬ ਤੋਂ ਇਸ ਇਲਾਵਾ ਨੂੰ ਗੱਲ ਕਰੀਏ, ਪੰਜਾਬ ਤੋਂ ਇਲਾਵਾ ਗੱਲ ਕਰੀਏ, ਜਿਵੇਂ ਹੁਣ ਜੀ ਜ਼ਿਆਦਾਤਰ ਜਿਹੜੇ ਪ੍ਰਵਾਸੀ ਮਜ਼ਦੂਰ ਨੇ, ਉਹ ਜਾਂ ਤਾਂ ਉੱਤਰ ਪ੍ਰਦੇਸ਼ ਨੂੰ ਗਏ ਨੇ ਜਾਂ ਬਿਹਾਰ ਨੂੰ ਗਏ ਨੇ। ਸਾਡੀ ਵੀ ਲੇਬਰ ਜ਼ਿਆਦਾਤਰ ਜਿਹੜੀ ਹੈ ਇਹਨਾਂ ਦੋਹਾਂ ਸੂਬਿਆਂ ਤੋਂ ਹੀ ਆਉਂਦੀ ਹੈ। ਤੇ ਉੱਥੇ ਜਿਹੜੇ ਹੁਣ ਇਹ ਜੀ ਲੇਬਰ ਉੱਥੇ ਪਹੁੰਚ ਚੁੱਕੀ ਹੈ ਲਾਕਡਾਊਨ ਦੇ ਸਮੇਂ ਦੇ ਵਿੱਚ, ਉਹਨਾਂ ਦੇ ਖਾਸ ਕਰਕੇ ਉਹ ਜੀ ਰੁਜ਼ਗਾਰ ਤਾਂ ਉਹਨਾਂ ਦਾ ਖੁੱਸਿਆ। ਉਹਨਾਂ ਦਾ ਰੁਜ਼ਗਾਰ ਖੁੱਸਣ ਨਾਲ ਉਹਨਾਂ ਦੀ ਤੁਸੀਂ ਆਰਥਿਕ ਮੰਦਹਾਲੀ ਵੀ ਸਾਹਮਣੇ ਆਈ ਹੈ। ਇੱਥੋਂ ਤੱਕ ਕਿ ਕਈ ਥਾਵਾਂ ਤੇ ਤਾਂ ਖਾਣ-ਪੀਣ ਦੀ ਵੀ ਜੀ ਸਮੱਸਿਆ ਆ ਰਹੀ ਹੈ, ਕਿਉਂਕਿ ਸ਼ੁਰੂ ਦੇ ਵਿੱਚ ਲਾਕਡਾਊਨ ਜਦੋਂ ਲਾਗੂ ਹੋਇਆ, ਤਾਂ ਉਸ ਸਮੇਂ ਤਾਂ ਅੰਨ ਤੇ ਅਨਾਜ, ਹੋਰ ਦਾਲਾਂ, ਇਹੋ ਜਿਹੀਆਂ ਚੀਜ਼ਾਂ, ਸੁੱਕਾ ਰਾਸ਼ਨ ਪਹੁੰਚਾਇਆ ਗਿਆ। ਪਰ ਹੁਣ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਨੇ ਬਹੁਤ ਘੱਟ ਹੋ ਰਹੀਆਂ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਇਹੋ ਜਿਹੇ ਜੀ ਰੁਜ਼ਗਾਰ ਜੀ ਤੋਂ ਹੱਥ ਧੋ ਚੁੱਕੇ ਲੋਕ ਨੇ, ਕਿ ਉਹ ਹੁਣ ਇਸ ਹਾਂਜੀ, ਇੰਨੇ ਸਮਰੱਥ ਹੋ ਗਏ ਨੇ ਕਿ ਉਹ 2 ਟਾਈਮ ਦੀ ਰੋਟੀ ਵੀ ਖਾ ਸਕਣ? ਕੰਮ ਤਾਂ ਬਹੁਤ ਦੂਰ ਦੀ ਗੱਲ ਹੈ। ਕੰਮ ਦੂਰ ਦੀ ਗੱਲ ਹਰਪ੍ਰੀਤ ਜੀ, ਇੱਕ ਬਹੁਤ ਵੱਡੀ ਵਿਕਰਾਲ ਸਮੱਸਿਆ ਆਏਗੀ ਸਾਡੇ ਦੇਸ਼ ਦੇ ਸਾਹਮਣੇ, ਸਾਡੇ ਦੇਸ਼ ਦੇ ਲੋਕਾਂ ਦੇ ਸਾਹਮਣੇ, ਜੀ, ਕਿ ਜਦੋਂ ਸਾਡੇ ਕੋਲ ਅਨਾਜ ਭੰਡਾਰ ਹੈ, ਪਰ ਵਿਤਰਨ ਪ੍ਰਣਾਲੀ, ਜਿਹੜੀ ਵੰਡ ਪ੍ਰਣਾਲੀ ਹੈ, ਉਹ ਮੈਂ ਠੀਕ ਨਹੀਂ ਇਹ ਗੀ। ਕਹਿਣਾ ਚਾਹੁੰਦਾ ਕਿ ਉਹ ਥੋੜੀ ਜਿਹੀ ਲੀਓ ਲੱਕੀ ਦਾ ਮਤਲਬ ਹੈ ਉਹਦੇ ਵਿੱਚ ਕਰਪਸ਼ਨ ਸਾਨੂੰ ਥੋੜਾ ਜਿਹਾ ਝਲਕ ਮਿਲਦੀ ਪਈ ਹੈ ਕਿ ਉਹ ਆਮ ਢਿੱਡਾਂ ਤੱਕ ਜਿਹੜਾ ਅਨਾਜ ਨਹੀਂ ਪਹੁੰਚਦਾ। ਜੇ ਪਹੁੰਚਿਆ ਵੀ ਕਿਤੇ ਆ ਪਿਛਲੇ ਸਮੇਂ ਦੌਰਾਨ, ਉਹਨੂੰ ਵੀ ਰਾਜਨੀਤਿਕ ਪਲੇਟਫਾਰਮ ਦੇ ਨਾਲ ਹੀ ਵਰਤਿਆ ਗਿਆ। ਹੁਣ ਸਵਾਲ ਇਸ ਗੱਲ ਦਾ, ਜੋ ਸਾਡੇ ਦੇਸ਼ ਦੇ ਵਿੱਚ ਅਨਾਜ ਪਿਆ ਹੈ, ਉਹ ਵਿਤਰਨ ਪ੍ਰਣਾਲੀ ਦੇ ਰਾਹੀਂ ਉਹਨਾਂ ਲੋਕਾਂ ਤੱਕ ਪਹੁੰਚਣਾ ਅਤੀ ਜ਼ਰੂਰੀ ਹੈ, ਜਿਹੜਾ ਕਿ ਸਾਡੀਆਂ ਸਰਕਾਰਾਂ ਨਹੀਂ ਕਰ ਰਹੀਆਂ। ਬਚਾਉਣਾ ਜ਼ਰੂਰੀ ਹੈ, ਮੁੱਢਲੀ ਜ਼ਿੰਦਗੀ ਪਹਿਲਾਂ ਬਚਾਉਣੀ ਜ਼ਰੂਰੀ ਹੈ, ਉਸ ਤੋਂ ਬਾਅਦ ਇਸ ਦੇਸ਼ ਦੇ ਵਿਕਾਸ ਦੇ ਪਹੀਏ ਦੀ ਗੱਲ ਆਏਗੀ। ਜੇ ਇੱਥੋਂ ਦਾ ਮਜ਼ਦੂਰ ਤੇ ਇੱਥੋਂ ਦਾ ਕਿਸਾਨ ਜ਼ਿੰਦਾ ਹੋਏਗਾ, ਤੇ ਇੱਥੋਂ ਦੇ ਪਿੰਡ ਬਚਣਗੇ, ਇੱਥੋਂ ਦਾ ਜਿਹੜਾ ਇਹ ਦੇਸ਼ ਬਚੇਗਾ। ਜੇ ਅਸੀਂ ਸਾਰੇ ਭੁੱਖਮਰੀ ਦਾ, ਕੁਪੋਸ਼ਣ ਦਾ ਸ਼ਿਕਾਰ ਹੋ ਗਏ, ਤੇ ਇਹ ਮਨੁੱਖੀ ਜਿਹੜੀ ਸਰੀਰਕ ਬਾਡੀ ਹੈ, ਜੇ ਇਹਨੂੰ ਅਸੀਂ ਊਰਜਾ ਹੀ ਨਾ ਦੇ ਸਕੇ, ਤਾਂ ਅਸੀਂ ਅੱਗੋਂ ਦੇਸ਼ ਦਾ ਪਹੀਆ ਕਿੱਥੋਂ ਘੁਮਾਵਾਂਗੇ? ਜੀ, ਬਿਲਕੁਲ। ਪਹਿਲਾਂ ਹੀ ਦੇਸ਼ ਦੀ ਇੱਕ ਵੱਡੀ ਜਨਸੰਖਿਆ ਹੈ, ਜਿਹੜੀ ਕਿ ਕੁਪੋਸ਼ਣ ਦਾ ਸ਼ਿਕਾਰ ਹੈ, ਜਿਵੇਂ ਹਾਂਜੀ, ਤੁਸੀਂ ਦੱਸ ਰਹੇ ਹੋ। ਸ਼ਿਕਾਰ। ਤੇ ਜੇ ਅਸੀਂ ਕੇਂਦਰ ਸਰਕਾਰ ਦੀ ਵੀ ਗੱਲ ਕਰੀਏ, ਤਾਂ ਜਿਵੇਂ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਜਿਹੜਾ ਉਹ ਆਕਾਸ਼ਵਾਣੀ ਦਾ ਕਰਦੇ ਨੇ, ਉਹਦੇ ਵਿੱਚ ਵੀ ਉਹਨਾਂ ਨੇ ਅਲੱਗ-ਅਲੱਗ ਸਰਕਾਰ ਦੀਆਂ ਹਾਂਜੀ ਯੋਜਨਾਵਾਂ, ਜਿਵੇਂ ਆਯੁਸ਼ਮਾਨ ਭਾਰਤ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਤੱਕ 1 ਕਰੋੜ ਤੋਂ ਵੱਧ ਜਿਹੜੇ ਨੇ, ਖਾਸ ਕਰਕੇ ਪੇਂਡੂ ਖੇਤਰ ਦੇ ਲੋਕ, ਉਹਦੇ 'ਚ ਉਸ ਯੋਜਨਾ ਤਹਿਤ ਹਸਪਤਾਲਾਂ 'ਚ ਇਲਾਜ ਕਰਾ ਚੁੱਕੇ ਨੇ। ਜਾਂ 2 ਜੀ ਦਿਨ ਪਹਿਲਾਂ ਉਹਨਾਂ ਨੇ ਇੱਕ ਖੁੱਲੀ ਚਿੱਠੀ ਜਾਰੀ ਕੀਤੀ ਦੇਸ਼ ਵਾਸੀਆਂ ਦੇ ਨਾਂ, ਜਿਸ ਵਿੱਚ ਉਹਨਾਂ ਨੇ ਆਪਣੀਆਂ ਵੱਖ-ਵੱਖ ਯੋਜਨਾਵਾਂ ਤੇ ਹੁਣ ਤੱਕ ਦੀਆਂ ਪ੍ਰਾਪਤੀਆਂ, ਉਹ ਸਾਰੀਆਂ ਦਾ ਜ਼ਿਕਰ ਕੀਤਾ ਹੈ। ਤੁਸੀਂ ਉਸ ਚੀਜ਼ ਨੂੰ, ਜੀ ਇਹਨਾਂ ਸਾਰੇ ਜਿਹੜਾ ਇਸ ਵੇਲੇ ਵਰਤਾਰਾ ਲਾਕਡਾਊਨ ਦਾ ਹੈ ਜਾਂ ਕਰੋਨਾ ਮਹਾਮਾਰੀ ਦਾ ਹੈ, ਇਹਦੇ ਨਾਲ ਜੋੜ ਕੇ ਤੁਸੀਂ ਕਿਸ ਜੀ ਤਰ੍ਹਾਂ ਦੇਖਦੇ ਹੋ ਕਿ ਉਹ ਜੋ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ, ਉਹ ਅਸਲ ਦੇ ਵਿੱਚ ਜੀ ਹੈ ਜਾਂ ਸਿਰਫ ਗੱਲਾਂ ਬਾਤਾਂ ਦੇ ਵਿੱਚ ਹੀ ਸਾਰਿਆ ਜਾ ਰਿਹਾ ਇਸ ਵੇਲੇ? ਅਸਲ ਗੱਲ ਇਹ ਹੈ ਹਰਪ੍ਰੀਤ ਜੀ ਕਿ ਅਸੀਂ ਉਸ ਪੀਰੀਅਡ ਨੂੰ ਯਾਦ ਕਰੀਏ ਜਿੱਥੋਂ ਪਬਲਿਕ ਸੈਕਟਰ ਇਸ ਦੇਸ਼ ਦੇ ਵਿੱਚ ਉਸਰਿਆ, ਜਿਸ ਜੀ, ਦੇ ਉਸਰਈਏ ਦੇ ਵਿੱਚ ਮੈਂ ਪੰਡਿਤ ਜਵਾਹਰ ਲਾਲ ਨਹਿਰੂ ਦਾ ਨਾਮ ਲੈਣਾ ਕਦੀ ਨਹੀਂ ਭੁੱਲਾਂਗਾ। ਔਰ ਉਸ ਪੀਰੀਅਡ ਦੇ ਵਿੱਚ ਸਾਡੇ ਬਹੁਤ ਸਾਰੇ ਅਦਾਰੇ ਕਾਇਮ ਹੋਏ, ਮਹਿਕਮੇ ਕਾਇਮ ਹੋਏ, ਜਿਨ੍ਹਾਂ ਦੇ ਵਿੱਚ ਪਬਲਿਕ ਸੈਕਟਰ ਦੇ ਵਿੱਚ ਭਰਤੀਆਂ ਹੋਈਆਂ, ਜੀ, ਜਿਨ੍ਹਾਂ ਦੇ ਵਿੱਚ ਜੋ ਭਰਤੀ ਹੋਏ, ਉਹਨਾਂ ਦਾ ਜਨਜੀਵਨ ਸੁਧਰਿਆ। ਪਰ ਆਹਿਸਤਾ 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 ਇਸ ਦੇਸ਼ ਦੇ ਵਿੱਚ ਉਸ ਪੈਟਰਨ ਨੂੰ ਖੋਰਾ ਲੱਗਿਆ, ਤੇ ਪ੍ਰਾਈਵੇਟੇਸ਼ਨ ਉਦਾਰੀਕਰਨ ਕੈਸੇ ਨਾਮ ਦਿੱਤੇ ਗਏ। ਪਰ ਜੇ ਕਿਸੇ ਦਾ ਨਾਂ ਧਨਖੁਰ ਰੱਖਦੇ, ਜ਼ਰੂਰੀ ਨਹੀਂ ਕਿ ਉਹਦੇ ਕੋਲ ਪੈਸੇ ਜ਼ਿਆਦਾ ਹੋ ਜਾਣਗੇ,
ਉਹਦੀ ਆਰਥਿਕ ਹਾਲਤ ਤਾਂ ਉਹੀ ਰਹਿਣੀ ਹੈ, ਨਾ ਜਿੰਨੇ ਜੀ ਮਰਜ਼ੀ ਬਦਲ। ਬਿਲਕੁਲ ਜੀ ਇਹਨਾਂ ਬਿਲकुल। ਨੇ ਐਸਤਾ ਐਸਤਾ ਜਿਹੜੀ 92 ਦੇ ਵਿੱਚ ਖਾਸ ਕਰਕੇ ਰਾਓ ਸਾਹਿਬ ਦੇ ਵੇਲੇ, ਮੈਂ ਇਸ ਤੋਂ ਕਾਂਗਰਸ ਬਰੀ ਨਹੀਂ ਹੋ ਸਕਦੀ ਕਿ ਰਾਓ ਸਾਹਿਬ ਦੇ ਵੇਲੇ ਬਹੁਤ ਵੱਡੀ ਸਪੀਡ ਦੇ ਨਾਲ, ਬਹੁਤ ਵੱਡੀ ਤੇਜ਼ੀ ਦੇ ਨਾਲ ਸਾਡੇ ਪਬਲਿਕ ਸੈਕਟਰ ਨੂੰ ਢਾਹ ਲੱਗਣੀ ਸ਼ੁਰੂ ਹੋਈ। ਪਰ ਇੱਕ ਹੈਰਾਨੀ ਦੀ ਗੱਲ ਕਿ 2014 ਤੋਂ ਬਾਅਦ ਜਿਹੜਾ ਉਹ ਗੱਡੀ ਪਹਿਲੇ ਜਾਂ ਦੂਜੇ ਗੇਅਰ 'ਚ ਚੱਲਦੀ ਸੀ ਪ੍ਰਾਈਵੇਟੇਸ਼ਨ ਲਿਆਉਣ ਲਈ ਤੇ ਪਬਲਿਕ ਸੈਕਟਰ ਦੀ ਢਾਹ ਲਈ, ਉਹ ਹੁਣ ਪੂਰੇ ਟਾਪ ਗੇਅਰ 'ਚ ਐਕਸੀਲੇਟਰ ਪੂਰੇ ਨੱਪਿਆ ਹੋਇਆ, ਔਰ ਉਹਦਾ ਡਰਾਈਵਰ ਵੀ ਜਿਹੜਾ ਕਾਰਪੋਰੇਟ ਸੈਕਟਰ ਹੈ ਜਿਹੜਾ ਅੱਜ, ਉਹ ਇੰਨਾ ਚਾਤਰ ਹੈ ਕਿ ਉਹ ਲੋਕਾਂ ਦੇ ਪੱਲੇ ਕੁਛ ਨਹੀਂ ਪਾਏਗਾ। ਸਾਨੂੰ ਉਹਨਾਂ ਨੇ ਮਜ਼ਦੂਰਾਂ ਨੂੰ ਨੌਕਰੀਆਂ ਦੇ ਜਿਹੜੇ ਮੌਕੇ ਤਾਂ ਕੀ ਦੇਣੇ, ਉਹ ਤਾਂ ਉਲਟਾ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੱਡੀਆਂ ਵੱਡੀਆਂ ਕੰਪਨੀਆਂ 'ਚੋਂ 10%, 15%, 20% ਤੱਕ ਛਾਂਟੀਆਂ ਹੋ ਗਈਆਂ, ਔਰ ਉਹਨਾਂ ਨੂੰ ਮਜ਼ਦੂਰ ਹੋਏਗੀ ਤੁਹਾਡੀ ਬੇਰੁਜ਼ਗਾਰੀ 'ਚ, ਜਿੱਥੇ ਕਾਲਜਾਂ ਵਿੱਚੋਂ ਨਿਕਲ ਕੇ ਸਟੂਡੈਂਟ ਹੱਥਾਂ 'ਚ ਡਿਗਰੀਆਂ ਫੜ ਕੇ ਬੇਰੁਜ਼ਗਾਰੀ 'ਚ ਵਾਧਾ ਕਰ ਰਿਹਾ, ਉੱਥੇ ਨਾਲ ਦੀ ਨਾਲ ਜਿਹੜਾ ਰੁਜ਼ਗਾਰ ਮਿਲਿਆ ਹੋਇਆ ਸੀ ਉਹਨਾਂ ਨੂੰ ਵਾਪਸ ਆਣ ਕੇ ਬੇਰੁਜ਼ਗਾਰੀ ਦੇ ਪਲੇਟਫਾਰਮ ਤੇ ਖੜਨਾ ਹੋਣਾ ਪੈ ਰਿਹਾ, ਔਰ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਇਹ ਸਾਡਾ ਜਿਹੜਾ ਵਰਤਿਆ, ਜਿਸ ਦਾ ਮੈਂ ਸਮਝਦਾ ਕਿ ਸਾਡੇ ਦੇਸ਼ ਲਈ ਕੋਈ ਬਹੁਤਾ ਚੰਗਾ ਸਿੱਟਾ ਨਹੀਂ। ਫਿਊਚਰ ਜਿਹੜਾ ਸਾਡਾ ਭਵਿੱਖ ਜਿਹੜਾ ਹੈ ਉਹ ਕਾਲਾ ਹੈ, ਅੰਧੇਰਾ ਉਹਨੂੰ ਪਸਰਿਆ ਹੋਇਆ, ਉਸ 'ਚ ਬੱਦਲ ਜਿਹੜੇ ਛਾਏ ਹੋਏ ਆ, ਉਹਨਾਂ ਨੂੰ ਆਪਾਂ ਕਦੀ ਵੀ ਮਾਈਨਸ ਨਹੀਂ ਕਰ ਸਕਦੇ। ਉਹਨਾਂ ਵੱਲ ਸਾਨੂੰ ਸੁਚੇਤ ਹੋਣਾ ਪਏਗਾ ਸਾਡੀ ਸਰਕਾਰ ਨੂੰ, ਔਰ ਜੇ ਉਹਨਾਂ ਨੂੰ ਮੌਕੇ ਜ਼ਿੰਦਗੀ ਜਿਉਣ ਦੇ ਨਾ ਦਿੱਤੇ ਤੇ ਫਿਰ ਕਿਸੇ ਵੇਲੇ ਭੁੱਖੇ ਢਿੱਡ ਜਿਹੜੇ ਯਾਰ ਉਹ ਪਤਾ ਨਹੀਂ ਕਿੱਧਰ ਨੂੰ ਤੁਰ ਪੈਂਦੇ ਹੁੰਦੇ ਆ, ਬਜਾਏ ਇਸ ਦੇ ਕਿ ਅਜਿਹਾ ਸਮਾਂ ਸਾਡੇ ਦੇਸ਼ ਵਿੱਚ ਆਵੇ ਨਾ ਆਵੇ। ਸਾਡੀ ਸਰਕਾਰ ਸਮੇਂ ਸਿਰ ਉਹਨਾਂ ਲੋਕਾਂ ਨੂੰ ਬੇਰੁਜ਼ਗਾਰੀ ਲਾਈਨ ਚੋਂ ਕੱਢ ਕੇ ਰੁਜ਼ਗਾਰ ਦੇ ਪਾਸੇ ਵੱਲ ਵਧਾਵੇ, ਗੱਲਾਂ ਦੇ ਵਿੱਚ ਨਾ, ਕਿਉਂਕਿ ਗੱਲਾਂ ਦੇ ਨਾਲ ਲੋਕਾਂ ਦਾ ਢਿੱਡ ਨਹੀਂ ਭਰਨਾ। ਜੀ ਅੱਜ ਬਿल्कुल। ਤੱਕ ਜਿੰਨੀਆਂ ਪਾਲਿਸੀਜ਼ ਉਹ ਕੁਝ ਜ਼ਰੂਰ ਫਾਇਦਾ ਪਹੁੰਚਾਇਆ। ਇਹਦੇ ਵਿੱਚ ਮੈਨੂੰ ਕਹਿਣ 'ਚ ਕੋਈ ਸੰਕੋਚ ਨਹੀਂ ਕਿ ਅੱਜ ਦੀ ਡੇਟ ਵਿੱਚ ਵੀ ਤੁਸੀਂ ਇਹ ਦੇਖੋ ਕਿ ਮੋਦੀ ਸਰਕਾਰ ਦੇ ਜਿੱਥੇ ਜਿੱਥੇ ਸਰਕਾਰਾਂ ਨੇ, ਚਾਹੇ ਉਹ ਯੂਪੀ ਹੈ, ਚਾਹੇ ਉਹ ਗੁਜਰਾਤ ਹੈ, ਤੇ ਜੀ ਚਾਹੇ ਜੀ ਉਹ ਮੱਧ ਪ੍ਰਦੇਸ਼, ਇੱਥੇ ਇਹ ਕਹਿ ਦਿੱਤਾ ਜਾਵੇ, ਇਹ ਪਾਸ ਕਰ ਦਿੱਤਾ ਜਾਵੇ ਵਿਧਾਨ ਸਭਾ 'ਚ ਕਿ ਮਜ਼ਦੂਰਾਂ ਤੋਂ ਇੰਡਸਟਰੀਅਲਿਸਟ 8 ਘੰਟੇ ਨਹੀਂ 12 ਘੰਟੇ ਕੰਮ ਲੈਣਗੇ, ਪਰ ਤਨਖਾਹ 8 ਘੰਟੇ ਵਾਲੀ ਦੇਣਗੇ। ਇਹ ਕਿਹੜਾ ਨਿਆਂ ਹੈ? ਕਿੱਧਰ ਨੂੰ ਜਾ ਰਿਹਾ ਸਾਡਾ ਦੇਸ਼? ਅਸੀਂ 21ਵੀਂ ਸਦੀ ਵੱਲ ਤੋਂ ਅੱਗਾ ਚੰਦ ਵੱਲ ਨੂੰ ਤੁਰਨਾ ਸੀ, ਪਰ ਅਸੀਂ ਆਹਿਸਤਾ 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 ਪਿੱਛੇ 16ਵੀਂ ਸਦੀ ਵੱਲ ਨੂੰ ਜਾ ਰਹੇ ਹਾਂ ਕਿ ਇਹਨਾਂ ਨੂੰ ਗੁਲਾਮ ਲੋਕਾਂ ਨੂੰ ਰੱਖਿਆ ਜਾਵੇ, ਔਰ ਉਹਨਾਂ ਤੋਂ ਦਿੱਤਾ ਜਾਵੇ ਜਿਹਦੇ ਨਾਲ ਇਹ ਸਹਿਕਦੇ ਰਹਿਣ, ਜਿਉਂਦੇ ਰਹਿਣ। ਇਸ ਤੋਂ ਵੱਧ ਇਹਨਾਂ ਨੂੰ ਕੁਝ ਰੁਜ਼ਗਾਰ ਨਾ ਦਿੱਤਾ ਜਾਵੇ, ਨਾ ਹੀ ਖਾਣ ਲਈ ਦਿੱਤਾ ਜਾਵੇ, ਨਾ ਪਹਿਲੇ ਜੀ ਦਿੱਤਾ ਬਿल्कुल ਜਾਵੇ। ਇਹਨਾਂ ਤੋਂ बिल्कुल जी ਮੌਕੇ बिल्कुल ਸੁਰ ਸਿੰਘ ਜੀ, ਜਿਸ ਤਰ੍ਹਾਂ ਮਜ਼ਦੂਰ ਨੇ ਤਾਂ ਸਭ ਤੋਂ ਵੱਧ ਨੁਕਸਾਨ ਇਸ ਸਮੇਂ ਦੇ ਵਿੱਚ ਮਜ਼ਦੂਰ ਨੇ ਜਾਂ ਕਿਸਾਨ ਨੇ ਝੱਲਿਆ ਹੈ। ਮਜ਼ਦੂਰਾਂ ਨੇ ਜੀ ਪ੍ਰਵਾਸ ਕੀਤਾ ਹੈ, ਬੜਾ ਔਖਾ ਸਮਾਂ ਕੱਟਿਆ ਉਹਨਾਂ ਨੇ, ਸੜਕਾਂ ਦੇ ਉੱਤੇ ਹਾਦਸੇ ਹੋਏ ਨੇ, ਪੈਦਲ ਕਈ ਕਈ ਪੈਦਲ ਚੱਲ ਕਈ ਲਾਸ਼ਾਂ ਰੁਲ ਗਈਆਂ, ਰੇਲਵੇ ਲਾਈਨਾਂ ਤੇ ਰੁਲ ਰੁਲ ਗਈਆਂ, ਰੇਲਵੇ ਸਟੇਸ਼ਨਾਂ ਤੇ ਰੁਲ ਗਈਆਂ, ਸੜਕਾਂ ਦੇ ਕੋਈ ਕੰਢਿਆਂ ਸ਼ੱਕ ਤੇ ਰੁਲ ਕੋਈ ਗਈਆਂ, ਸ਼ੱਕ ਬੱਚੇ, ਕੋਈ ਸ਼ੱਕ ਮਾਵਾਂ, ਉਹ ਵੀ ਸੜਕਾਂ ਦੇ ਉੱਤੇ ਰੁਲੇ ਨੇ। ਤੇ ਜੇ ਅਸੀਂ ਕੇਂਦਰ ਦੀਆਂ ਨੀਤੀਆਂ ਦੀ ਵੀ ਗੱਲ ਕਰਦੇ ਹਾਂ, ਕੇਂਦਰ ਨੇ ਉਸ ਵਾਸਤੇ ਕੋਈ ਪੁਖਤਾ ਬੰਦੋਬਸਤ ਨਹੀਂ ਕੀਤੇ, ਸਿਰਫ ਦਾਅਵਿਆਂ ਤੋਂ ਬਿਨਾਂ। ਕੇਂਦਰ ਨੇ ਸਿਰਫ ਉਸ ਚੀਜ਼ ਜੀ ਨੂੰ ਲੈ ਕੇ ਦਾਅਵੇ ਕੀਤੇ ਨੇ ਕਿ ਅਸੀਂ ਉਹਨਾਂ ਲਈ ਆਹ ਕੀਤਾ, ਅਸੀਂ ਉਹਨਾਂ ਲਈ ਉਹ ਕੀਤਾ, ਸ਼੍ਰਮਿਕ ਟ੍ਰੇਨਾਂ ਚਲਾਈਆਂ ਨੇ, 80 ਕਰੋੜ ਲੋਕਾਂ ਨੂੰ ਹੁਣ ਤੱਕ ਰਾਸ਼ਨ ਮੁਹੱਈਆ ਕਰਾ ਦਿੱਤਾ ਗਿਆ ਹੈ। ਜਦ ਕਿ ਅਸਲ ਵਿੱਚ ਜਿਹੜੀ ਤਸਵੀਰ ਹੈ ਇਸ ਸੱਚਾਈ ਤੋਂ ਕਾਫ਼ੀ ਦੂਰ ਹੈ। ਤੁਸੀਂ ਕਿਵੇਂ ਦੇਖਦੇ ਹੋ ਕਿ ਬਿਲਕੁਲ ਸਰ ਸਰਕਾਰ ਦੀਆਂ ਨੀਤੀਆਂ ਜੋ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਭ ਜੀ ਪ੍ਰਬੰਧ ਕੀਤੇ ਗਏ ਨੇ, ਤੁਹਾਨੂੰ ਲੱਗਦਾ ਕਿ ਅਸਲ ਦੇ ਵਿੱਚ ਹੈ ਕਿ ਉਹ ਸਿਰਫ ਇੱਕ ਗੱਲਾਂ ਬਾਤਾਂ ਨਾਲ ਹੀ ਹੈ? ਗੱਲ ਇਹ ਹੈ, ਪ੍ਰਬੰਧ ਜੇ ਹੋਣ ਤੇ ਉਹ ਜ਼ਮੀਨੀ ਹਕੀਕਤ ਦੇ ਉੱਤੇ ਆਣ ਕੇ ਸਾਰਾ ਕੁਝ ਪਤਾ ਲੱਗ ਜਾਂਦਾ ਹੈ। ਤੁਸੀਂ ਮਜ਼ਦੂਰਾਂ ਦੇ ਝੁੰਡ ਜਾਂਦੇ ਵੇਖੇ, ਜੀ ਮਜ਼ਦੂਰ ਵਿਚਾਰੇ ਬਦਲਦੇ ਨੇ, ਮਜ਼ਦੂਰਾਂ ਨੂੰ ਟਿਕਟ ਜਦੋਂ ਨਹੀਂ ਮਿਲੀਆਂ, ਮੈਂ ਤਾਂ ਇਹ ਦੇਖਿਆ ਕਿ ਇੱਕ ਲੜਕੀ ਉਹ ਆਪਣੇ ਬਜ਼ੁਰਗ ਬਾਪ ਨੂੰ ਸਾਈਕਲ ਤੇ ਲੈ ਕੇ ਉੱਥੇ ਆਪਦੇ ਸੂਬੇ ਦੇ ਵਿੱਚ ਪਹੁੰਚੀ। ਔਰ ਦੂਸਰੀ ਗੱਲ ਇਹ ਵੀ ਹੈ ਕਿ ਜਦੋਂ ਉਹ ਮਜ਼ਦੂਰ ਆਪਣੇ ਪਿਤਰੀ ਰਿਵਾਜਾਂ ਨੂੰ ਜਾਣ ਦੀ ਕੋਸ਼ਿਸ਼ ਦੇ ਵਿੱਚ ਟ੍ਰੇਨਾਂ ਲੈਣ ਆਏ, ਟ੍ਰੇਨ ਆਪਣਾ ਜਿਹੜਾ ਹੈ ਰੇਲਵੇ ਸਟੇਸ਼ਨ ਤੇ ਪਹੁੰਚੇ, ਉਹਨਾਂ ਤੇ ਲਾਠੀਚਾਰਜ ਹੋਇਆ, ਚਾਹੇ ਉਹ ਆਪਣਾ ਗੁਜਰਾਤ ਦੇ ਬੰਬੇ ਹੋਵੇ, ਜੀ ਗੁਜਰਾਤ ਦੀ ਸੂਰਤ ਹੋਵੇ, ਜਾਂ ਮਤਲਬ ਹੈ ਵੀ ਕੋਈ ਹੋਰ ਸਟੇਸ਼ਨ, ਉੱਥੋਂ ਮਜ਼ਦੂਰਾਂ ਨੂੰ ਮੋੜਿਆ ਗਿਆ ਕਿ ਵੇਖੋ ਪ੍ਰਬੰਧ ਕੀਤਾ ਨਹੀਂ ਗਿਆ ਜਾਣ ਲਈ, ਤੇ ਉਹਨਾਂ ਨੂੰ ਉਲਟਾ ਲਾਠੀਚਾਰਜ ਦਾ ਸ਼ਿਕਾਰ ਹੋਣਾ। ਇਹ ਬਹੁਤ ਮਜ਼ਦੂਰ ਕਲਾਸ ਵਾਸਤੇ, ਉਹਨਾਂ ਵਾਸਤੇ ਮੈਂ ਸਮਝਦਾ ਅੱਜ ਵੀ ਪ੍ਰਬੰਧ ਕੋਈ ਨਹੀਂ ਹੈਗਾ। ਹੁਣ ਦੇਖਣ ਜੀ ਲਈ ਗੱਲ ਹੈ ਕਿ ਪੱਛਮੀ ਬੰਗਾਲ ਸੂਬਾ ਵੀ ਅੱਗੋਂ ਕਹਿ ਰਿਹਾ ਕਿ ਅਜੇ ਸਾਡੇ ਨਾ ਭੇਜੇ ਜਾਣ
ਬਿਹਾਰ ਵੀ ਕਹਿ ਰਿਹਾ ਕਿ ਹੋਰ ਮਜ਼ਦੂਰ ਨਾ ਭੇਜੇ ਜਾਣ ਸਾਡੇ, ਕਿਉਂਕਿ ਸਾਡੇ ਕੋਲ ਕੋਰੋਨਾ ਦਾ ਜੀ ਕੋਈ ਇਕਾਂਤਵਾਸ ਦੇ ਸਾਡੇ ਕੋਲ ਪੂਰਾ ਪ੍ਰਬੰਧ ਪ੍ਰਬੰਧ ਨਹੀਂ ਨਹੀਂ, ਹੈ। ਹਾਂਜੀ, ਪੂਰੇ ਹੁਣ ਪ੍ਰਬੰਧ ਇੱਥੇ ਨਹੀਂ ਆਣ ਹੋ ਕੇ ਸਕੇ। ਹਾਂਜੀ ਪੂਰੇ ਪ੍ਰਬੰਧ ਨਹੀਂ ਹਨ। ਇਸ ਕਰਕੇ ਦੋਨੇ ਸਰਕਾਰਾਂ, ਮੈਂ ਕਹਿੰਦਾ ਸੈਂਟਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਬਚਣਾ ਚਾਹੁੰਦੀ ਹੈ, ਔਰ ਕਿ ਜਿਹੜੀਆਂ ਸੂਬਾ ਸਰਕਾਰਾਂ ਹੈ ਉਹ ਆਪਣੀ ਜ਼ਿੰਮੇਵਾਰੀ ਤੋਂ ਬਚਣਾ ਚਾਹੁੰਦੀਆਂ ਹੈ। ਤੇ ਫੁੱਟਬਾਲ ਦੇ ਵਿੱਚ ਕਿਸਾਨ ਤੇ ਹਾਂਜੀ, ਮਜ਼ਦੂਰ ਕਿਤੇ ਨਾ ਹੈ, ਕਿਤੇ, ਉਹ ਹਾਂ, ਕਿਤੇ ਵਰਕਿੰਗ ਨਾ ਕਿਤੇ ਕਲਾਸ ਇਸ ਜਿਹੜੀ ਚੀਜ਼ ਦਾ, ਹੈ ਹਾਂ, ਕਿਤੇ ਨਾ ਕਿਤੇ ਇਸ ਚੀਜ਼ ਦਾ ਨੁਕਸਾਨ ਜਿਹੜਾ ਉਹ ਲੋਕਾਂ ਨੂੰ ਹੋ ਰਿਹਾ, ਭਾਵੇਂ ਕਿਸਾਨ ਹੋਣ ਜਾਂ ਮਜ਼ਦੂਰ ਹੋਣ ਜਾਂ ਹੋਰ ਸਮਾਜ ਦਾ ਹੇਠਲਾ ਵਰਗ ਹੋਵੇ, ਜੀ ਨੁਕਸਾਨ ਤਾਂ ਆਖਰ ਇਹਨਾਂ ਨੂੰ ਹੀ ਝੱਲਣਾ ਪੈ ਰਿਹਾ। ਜੀ ਚਲੋ ਉਮੀਦ ਕਰਦੇ ਹਾਂ ਕਿ ਸ਼ਾਇਦ ਇਹਨਾਂ ਗੱਲਾਂ ਨਾਲ ਕੁਛ ਥੋੜਾ ਜਿਹਾ ਉਹਨਾਂ ਦੇ ਖਾਨੇ ਗੱਲ ਪਵੇ ਤੇ ਹੋ ਸਕਦਾ ਬਸ ਹੈ ਕਿ ਥੋੜਾ ਜਿਹਾ ਸਰਕਾਰ ਸਥਿਤੀ ਨੂੰ ਵਿੱਚ ਸੁਚੇਤ, ਸੁਧਾਰ। ਅਸੀਂ ਹਾਂ ਤਾਂ ਆਪਾਂ ਸੁਚੇਤ ਕਰ ਸਕਦੇ ਹਾਂ। ਜੀ ਜੀ, ਬਿਲਕੁਲ ਬਿਲਕੁਲ, ਸਰਕਾਰ ਥੋੜੀ ਸੁਚੇਤ ਹੋਵੇ, ਨਵੀਆਂ ਨੀਤੀਆਂ ਕੁਝ ਹਾਂ ਸੋਧੇ ਹੋਏ ਤਰੀਕੇ ਦੇ ਨਾਲ ਲਾਗੂ ਕੀਤੀਆਂ ਉਹਦੇ ਜਾਣ। ਤੇ ਸੂਰਤ ਸਿੰਘ ਜੀ, ਜੇ ਅਸੀਂ ਅਗਲੀ ਖਬਰ ਵੱਲ ਵਧੀਏ ਤਾਂ ਉਹ ਹੈ ਭਾਰਤ ਤੇ ਚੀਨ ਦਾ ਜਿਹੜਾ ਸਰਹੱਦੀ ਵਿਵਾਦ ਹੈ, ਭਾਵੇਂ ਉਹ ਲੱਦਾਖ ਦੇ ਵਿੱਚ ਹੋਵੇ, ਲੱਦਾਖ ਦੀ ਗਲਵਾਨ ਜੀ ਘਾਟੀ ਹੋਵੇ, ਦੌਲਤ ਬੇਗ ਓਲਡੀ ਹੋਵੇ, ਜਾਂ ਫਿਰ ਸਿੱਕਮ ਦਾ ਇਲਾਕਾ ਹੋਵੇ। ਜੀ ਇਹ ਪਿਛਲੇ ਜੀ ਕਈ ਜੀ ਦਿਨਾਂ ਤੋਂ, ਕਿਸੇ 2-3 ਹਫ਼ਤਿਆਂ ਤੋਂ ਇਹ ਮੁੱਦਾ ਜੀ ਖਾਸ ਕਰਕੇ ਖਬਰਾਂ 'ਚ ਰਿਹਾ ਹੈ। ਕਈ ਥਾਵਾਂ ਤੇ ਜੀ ਇਸ ਦੇ ਖਿਲਾਫ, ਇਸ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤੇ ਨੇ ਲੋਕਾਂ ਨੇ। ਕਈ ਥਾਵਾਂ ਤੇ ਲੋਕਾਂ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਸਖਤ ਕਾਰਵਾਈ ਲਈ ਅੱਗੇ ਵਧਿਆ ਜਾਵੇ, ਤੇ ਦੂਜੇ ਪਾਸੇ ਜੇ ਜੀ ਅਸੀਂ ਦੇਖੀਏ ਤੇ ਜਿਹੜੀ ਕੌਮਾਂਤਰੀ ਭਾਈਚਾਰਾ ਹੈ ਉਹ ਇਸ ਨੂੰ ਰਣਨੀਤਿਕ ਗੱਲਬਾਤ ਦੇ ਰਾਹੀਂ ਹੱਲ ਕਰਨ ਦਾ ਸੁਨੇਹਾ ਦੇ ਰਿਹਾ ਹੈ। ਅਮਰੀਕੀ ਜੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ, ਉਸ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਵਿਚੋਲਗੀ ਦੀ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ ਹੈ। ਤੁਸੀਂ ਜੀ ਕਿਵੇਂ ਦੇਖਦੇ ਹੋ ਕਿ ਮੌਜੂਦਾ ਸਥਿਤੀ ਇਹਦੀ ਕੀ ਹੈ? ਅਸਲ ਵਿੱਚ ਅਸੀਂ 1962 ਦੀ ਜੰਗ ਨੂੰ ਵੀ ਚੇਤੇ ਕਰ ਲਈਏ ਜੀ ਕਿ ਜਦੋਂ ਜਵਾਹਰ ਲਾਲ ਨਹਿਰੂ ਜੀ ਇੱਥੇ ਪ੍ਰਧਾਨ ਮੰਤਰੀ ਸਨ, ਜੀ ਉਦੋਂ ਪਹਿਲੇ ਤਾਂ ਹਿੰਦੀ ਚੀਨੀ ਭਾਈ ਭਾਈ ਦੇ ਨਾਰੇ ਵੀ ਲੱਗੇ, ਬਾਅਦ ਚ ਕਹਿੰਦੇ ਸੀ ਜੀ ਚਾਈਨਾ ਨੇ ਪਿੱਠ ਖੋਪ ਦਿੱਤਾ। ਉਹ ਇੱਕ ਇਹ ਸਾਰੇ ਕੂਟਨੀਤਿਕ ਗੱਲਾਂ। ਮੈਂ ਸਮਝਦਾ ਕਿ ਇਹ ਜਿਹੜਾ ਸਰਹੱਦੀ ਵਿਵਾਦ ਹੈ, ਇਹ ਸਰਹੱਦੀ ਵਿਵਾਦ ਘੱਟ ਤੇ ਇੰਟਰਨੈਸ਼ਨਲ ਭਾਈਚਾਰੇ ਦਾ ਵਿਵਾਦ ਜ਼ਿਆਦਾ ਹੈ। ਕਾਰਨ ਕਿ ਪਹਿਲੇ ਜਿਹੜਾ ਵਿਸ਼ਵ ਹੈ ਦੋ ਧੜਿਆਂ ਵਿੱਚ ਹੁੰਦਾ ਸੀ। ਇੱਕ ਦਾ ਸਰਗਨਾ ਰੂਸ ਹੁੰਦਾ ਸੀ, ਦੂਸਰੇ ਪਾਸੇ ਇਹ ਅਮਰੀਕਾ ਹੁੰਦਾ ਸੀ। ਅੱਜ ਜੀ ਦੀ ਡੇਟ 'ਚ ਰਸ਼ੀਆ ਆਪਣੀ ਜਗ੍ਹਾ ਤੇ ਟੁੱਟਣ ਤੋਂ ਬਾਅਦ ਬੈਠਾ ਹੋਇਆ ਹੈ। ਉਹਨੂੰ ਆਪਾਂ ਤੀਜੀ ਧਿਰ ਤਾਂ ਮੰਨ ਸਕਦੇ ਹਾਂ, ਉਹ ਵਿਸ਼ਵ ਦੀ ਦੂਜੀ ਧਿਰ ਨਹੀਂ। ਪਰ ਅੱਜ ਅਮਰੀਕਾ ਤੇ ਜਿਹੜਾ ਚਾਈਨਾ ਹੈ, ਇਹਨਾਂ ਦੇ ਵਿੱਚ ਦੋਹਾਂ ਦੇ ਵਿੱਚ ਇੱਕ ਦੌੜ ਲੱਗੀ ਹੋਈ ਹੈ ਕਿ ਅਸੀਂ ਨੰਬਰ 1 ਕੌਣ ਹੈ। ਔਰ ਉਹ ਠੰਡੀ ਜਿਹੜੀ ਜੰਗ ਉਹਨਾਂ ਦੀ ਆਪਸੀ ਹੈ, ਉਹਦਾ ਹਿੱਸਾ ਹੀ ਸਾਨੂੰ ਬਣਾਇਆ ਜਾ ਰਿਹਾ ਹੈ। ਔਰ ਕਈ ਵਾਰੀ ਹੁੰਦਾ ਕਿ ਪਿੰਡਾਂ ਦੇ ਜਿਹੜੇ ਨਾੜ ਚੌਧਰੀ ਹੁੰਦੇ ਆ, ਉਹ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਣੀ ਚਾਹੁੰਦੇ ਆ। ਜੀ ਟਰੰਪ ਜੀ ਸਾਹਿਬ ਵੀ ਭਾਰਤ ਨੂੰ ਹੱਲਾਸ਼ੇਰੀ ਦੇ ਕੇ ਚੀਨ ਦੇ ਖਿਲਾਫ ਉਕਸਾਉਣਾ ਚਾਹੁੰਦੇ ਆ, ਕਿਉਂਕਿ ਉਹ ਚਾਹੁੰਦੇ ਆ ਕਿ ਮੈਂ ਜਿੰਨਾ ਚੀਨ ਨੂੰ ਕਮਜ਼ੋਰ ਕਰ ਲਵਾਂ, ਜਿੰਨਾ ਚੀਨ ਨੂੰ ਚਾਰੇ ਪਾਸੋਂ ਘੇਰ ਲਵਾਂ, ਜੀ ਉਹ ਮੇਰੀ ਲਈ ਬਿਹਤਰੀ ਹੋਏਗੀ। ਪਰ ਭਾਰਤ ਸਰਕਾਰ ਦੀ ਮੈਂ ਇਸ ਕਦਮਾਂ ਤੋਂ ਸ਼ਲਾਘਾ ਸਾਨੂੰ ਕਰਨੀ ਬਣਦੀ ਹੈ ਕਿ ਉਹਨਾਂ ਨੇ ਕਿਹਾ ਨਹੀਂ, ਅਸੀਂ ਕਿਸੇ ਵਿਚੋਲਗੀ ਨੂੰ ਨਹੀਂ ਪਸੰਦ ਕਰਦੇ, ਅਸੀਂ ਜੀ ਆਪਣੇ ਮਸਲੇ ਆਪ ਨਜਿੱਠ ਜਾਣਦੇ ਹਾਂ। ਔਰ ਇਸ ਜਿਹੜਾ ਲੋਕਲ ਜਿਹੜੀ ਆਪਣੀ ਸਰਕਾਰ ਦਾ ਇਹ ਦਲੀਲ ਹੈ ਸਰਕਾਰ ਦੀ, ਇਹਦੀ ਸਾਨੂੰ ਹਮਾਇਤ ਕਰਨੀ ਚਾਹੀਦੀ ਕਿ ਅਸੀਂ ਆਪਣਾ ਸਰਹੱਦੀ ਵਿਵਾਦ ਆਪ ਹੀ ਨਜਿੱਠਾਂਗੇ, ਸਾਨੂੰ ਕਿਸੇ ਤੀਜੀ ਧਿਰ ਦੀ ਲੋੜ ਨਹੀਂ। ਜੀ ਜੀ, ਬਿਲਕੁਲ ਸੂਰਤ ਸਿੰਘ ਜੀ। ਜਿਵੇਂ ਕਿ ਹੁਣ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ, ਸਾਡਾ ਵੀ ਕਾਫੀ ਸਾਰਾ ਜਿਹੜਾ ਸਮਾਨ ਹੈ, ਭਾਵੇਂ ਇਲੈਕਟ੍ਰੋਨਿਕਸ ਨਾਲ ਸੰਬੰਧਿਤ ਹੋਵੇ ਜਾਂ ਹੋਰ ਚੀਜ਼ਾਂ, ਹੁਣ ਜੀ ਇੱਥੋਂ ਤੱਕ ਕਿ ਕਈ ਬੇਸਿਕ ਜਿਹੜੀਆਂ ਸਾਡੀਆਂ ਲੋੜਾਂ ਨੇ, ਬੁਨਿਆਦੀ ਲੋੜਾਂ ਨੇ, ਅਸੀਂ ਉਹਨਾਂ ਲਈ ਵੀ ਚੀਨ ਤੋਂ ਜੀ ਸਮਾਨ ਮੰਗਾਉਂਦੇ ਹਾਂ। ਫਿਲਹਾਲ ਭਾਵੇਂ ਕੁਛ ਜੀ ਚੀਜ਼ਾਂ ਤੇ ਰੋਕ ਲੱਗੀ ਹੋਈ ਹੈ, ਪਰ ਪਿਛਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡੀ ਮਾਤਰਾ ਦੇ ਵਿੱਚ ਉੱਥੋਂ ਚੀਜ਼ਾਂ ਆਯਾਤ ਕੀਤੀਆਂ ਨੇ। ਤੇ ਕਿਤੇ ਨਾ ਜੀ ਕਿਤੇ ਇਹ ਨਹੀਂ ਹੋ ਸਕਦਾ ਕਿ ਜਿਸ ਤਰ੍ਹਾਂ ਅਸੀਂ ਜੇ ਇਸ ਮੁੱਦੇ ਨੂੰ ਕੌਮੀ ਪੱਧਰ ਤੇ, ਕੌਮਾਂਤਰੀ ਪੱਧਰ ਤੇ ਉਠਾ ਰਹੇ ਹਾਂ, ਤਾਂ ਕਿਤੇ ਨਾ ਕਿਤੇ ਸਾਡੇ ਜੀ ਆਰਥਿਕ ਸੰਬੰਧ ਵੀ ਇਸ ਚੀਜ਼ ਨਾਲ ਪ੍ਰਭਾਵਿਤ ਹੋ ਸਕਦੇ ਨੇ। ਹਰਪ੍ਰੀਤ ਜੀ, ਆਰਥਿਕ ਸੰਬੰਧ ਜਿਹੜੇ ਸਾਡੇ ਸੰਬੰਧ ਹੈ ਉਹ ਤਾਂ ਪਹਿਲਾਂ ਵੀ ਪ੍ਰਭਾਵਿਤ ਥੋੜੇ ਜਿਹੇ ਹੋ ਚੁੱਕੇ ਆ, ਪਰ ਹਿੰਦੁਸਤਾਨ ਨੂੰ ਇਸ ਗੱਲ ਸੋਚਣੀ ਪਏਗੀ ਕਿ ਮੈਂ ਕੇਵਲ ਤੇ ਕੇਵਲ ਅਮਰੀਕਾ ਦੇ ਆਸਰੇ ਇੱਥੋਂ ਦੀ ਜਿਹੜੀ ਐਡੀ ਵੱਡੀ ਜਨਸੰਖਿਆ ਇਹਦੀ ਬੇੜੀ ਪਾਰ ਨਹੀਂ ਲਾ ਸਕਦਾ। ਜੀ ਕਿਉਂਕਿ ਅਮਰੀਕਾ ਜਿਹੜਾ ਹੈ ਉਹ ਇੱਕ ਥਾਣੇਦਾਰੀ ਦੇ ਰੂਪ ਵਿੱਚ ਚੱਲਦਾ ਹੈ। ਉਹ ਕਿਸੇ ਵੀ ਆਪਣਾ ਕੰਟਰੀ ਦੇ ਵਿੱਚ ਨਾ, ਜਿਸ ਵੀ ਕੰਟਰੀ ਦੇ ਉੱਤੇ ਦਬਾਅ ਪ੍ਰੈਸ਼ਰ ਪਾਉਂਦਾ ਹੈ, ਉਹ ਥਾਣੇਦਾਰੀ ਦੇ ਰੂਪ ਵਿੱਚ ਪਾਉਂਦਾ, ਨਾ ਕਿ ਇੱਕ ਰਾਜਨੀਤਿਕ ਆਗੂ ਵਜੋਂ। ਸਾਡੇ ਜੀ ਉੱਤੇ ਵੀ ਇਹ ਪ੍ਰੈਸ਼ਰ ਬਣਦਾ ਜਾ ਰਿਹਾ ਸੀ ਕਿ ਉਹ ਤੁਹਾਨੂੰ ਇੱਕ ਆਪਦੇ ਧੜੇ ਦੇ ਨਾਲ ਪੱਕਿਆ ਖੜਾ ਕਰੇ। ਔਰ ਮੈਂ ਕਹਿੰਦਾ ਇਹ ਨਰਿੰਦਰ ਮੋਦੀ ਸਰਕਾਰ ਦੀ ਜਿਹੜੀ ਹੈ, ਬਿਲਕੁਲ ਬਾਕੀ ਬਹੁਤ ਸਾਰੇ ਮਤਭੇਦ ਹੋ ਸਕਦੇ ਹੈ, ਉਹਨਾਂ ਵੱਖਰਾ ਕਰਕੇ ਵੇਖਿਆ ਜਾਣਾ ਚਾਹੀਦਾ ਹੈ। ਇਹ ਸਰਕਾਰ ਦੀ ਇਸ ਗੱਲ ਦੇ ਉੱਤੇ ਸ਼ਲਾਘਾ ਕਰਨੀ ਬਣਦੀ ਹੈ
ਕਿ ਉਹਨਾਂ ਨੇ ਜਿਹੜਾ ਇਹ ਸਟੈਂਡ ਲਿਆ ਕਿ ਅਸੀਂ ਚਾਈਨਾ ਦੇ ਨਾਲ ਆਪਸੀ ਸੁਲਝਾਂਗੇ, ਅਸੀਂ ਕਿਸੇ ਤੀਜੀ ਧਿਰ ਦੀ ਵਿਚੋਲਗੀ ਨਹੀਂ ਚਾਹੁੰਦੇ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਸੀਂ ਬਹੁਤ ਸਾਰਾ ਸਮਾਨ ਜਿਹੜਾ ਸਾਡਾ ਵਪਾਰ ਹੈ ਉਹ ਇਸ ਵੇਲੇ ਲੱਖਾਂ ਕਰੋੜਾਂ ਅਰਬਾਂ ਦੇ ਵਿੱਚ ਚਾਈਨਾ ਦੇ ਨਾਲ ਚੱਲ ਰਿਹਾ। ਜੀ ਤੁਸੀਂ ਇਹ ਵੀ ਨੋਟ ਕਰੋ ਕਿ ਸਾਡੇ ਤਾਂ ਸਰਦਾਰ ਪਟੇਲ ਦੀ ਮੂਰਤੀ ਵੀ ਉੱਥੋਂ ਬਣ ਕੇ ਆਈ, ਜੀ ਔਰ ਸਾਡਾ ਜਿਹੜਾ ਗਣੇਸ਼ ਹੈ ਜਿਹਨੂੰ ਵਿਸਰਜਿਤ ਅਸੀਂ ਹਰ ਸਾਲ ਕਰਦੇ, ਸਾਡੀ ਹਿੰਦੂ ਕਮਿਊਨਿਟੀ, ਹਿੰਦੂ ਭਾਈਚਾਰਾ, ਉਹ ਸਾਰੇ ਦਾ ਸਾਰਾ ਅੱਜ ਦੀ ਡੇਟ 'ਚ ਉੱਥੋਂ ਬਣ ਕੇ ਆ ਰਿਹਾ। ਸਾਡੀ ਰੱਖੜੀ ਜਿਹੜੀ ਭੈਣ ਤੇ ਭਰਾ ਦੇ ਜਿਹੜੇ ਪਿਆਰ ਦੀ ਪ੍ਰਤੀਕ ਹੈ, ਸਾਡੀ ਰੱਖੜੀ ਵੀ ਚਾਈਨਾ ਤੋਂ ਬਣ ਕੇ ਆ ਰਹੀ। ਈਵਨ ਦੈਨ ਸਾਡੀ ਲਾਈਟਸ ਜਿਹੜੇ ਇਲੈਕਟ੍ਰੋਨਿਕ ਸਮਾਨ ਹੈ ਇਹ ਵੀ ਸਾਰਾ ਚਾਈਨਾ ਤੋਂ ਆ ਰਿਹਾ। ਅਗਰ ਅੱਜ ਉਹ ਸਾਰੇ ਦਾ ਸਾਰਾ ਬੰਦ ਹੋ ਜਾਂਦਾ ਤੇ ਜਿਹੜਾ ਬਲਬ ਸਾਨੂੰ ਆਹ ਲੜੀਆਂ ਜਿਹੜੀਆਂ 50 ਰੁਪਏ ਤੁਹਾਨੂੰ ਦੀਵਾਲੀ ਵੇਲੇ ਮਿਲਦੀਆਂ ਨਾ ਲਾਉਣ ਨੂੰ ਬਨੇਰਿਆਂ ਤੇ, ਇਹ ਫਿਰ 400 500 ਨੂੰ ਮਿਲਣ ਗਿਆ ਜਿਵੇਂ ਪਹਿਲੋਂ ਭਾਰਤ ਵਿੱਚ ਸਾਨੂੰ ਮਿਲਦੀ ਹੈ। ਇਸ ਕਰਕੇ ਚੀਨ ਤੇ ਭਾਰਤ ਦਾ ਵਪਾਰ ਤਾਂ ਚੱਲਦਾ ਹੀ ਰਹਿਣਾ ਚਾਹੀਦਾ ਹੈ। ਸਾਡਾ ਦੋ ਦੇਸ਼ਾਂ ਦਾ ਇਹਦੇ ਵਿੱਚ ਭਲਾ ਹੈ ਔਰ ਸਾਨੂੰ ਬੜੇ ਸੰਜਮਤਾਈ ਤੋਂ ਇਸ ਦੇ ਉੱਤੇ ਕੰਮ ਲੈ ਕੇ ਆਪਣੇ ਜੀ ਵਪਾਰ ਨੂੰ ਉਸੇ ਤਰ੍ਹਾਂ ਚਾਲੂ ਰੱਖਣਾ। ਬਿਲਕੁਲ ਸੁਰ ਸਿੰਘ ਜੀ। ਚਲੋ ਉਮੀਦ ਕਰਦੇ ਹਾਂ ਕਿ ਦੋਹੇ ਦੇਸ਼ ਰਣਨੀਤਿਕ ਜਾਂ ਫੌਜੀ ਗੱਲਬਾਤ ਰਾਹੀਂ ਇਸ ਮਸਲੇ ਨੂੰ ਸੁਲਝਾਉਣਗੇ। ਜੀ ਤੁਸੀਂ ਇਹਨਾਂ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕੀਤੀ, ਸਾਡੇ ਨਾਲ ਚਰਚਾ ਕੀਤੀ ਤੇ ਕੁਝ ਅੰਦਰੂਨੀ ਤਹਾਂ ਜਿਹੜੀਆਂ ਫਰੋਲੀਆਂ ਨੇ, ਉਸ ਲਈ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਧੰਨਵਾਦ ਹਰਪ੍ਰੀਤ ਜੀ, ਮੇਰੇ ਵੱਲੋਂ ਸਾਰੇ ਪੰਜਾਬੀ ਪ੍ਰਾਈਮ ਪੰਜਾਬੀ ਦੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ, ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਬਹੁਤ ਵੱਡਾ ਉਦਮ ਕਰਕੇ ਵਿਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਹੋਏ ਸਾਡੇ ਮਿੱਤਰ ਪਿਆਰੇ ਆ, ਜਿਹੜੇ ਸਾਡਾ ਭਾਈਚਾਰਾ ਹੈ, ਉਹਨਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜ ਕੇ ਪੰਜਾਬੀਆਂ ਦੇ ਮਸਲਿਆਂ ਤੋਂ ਜਾਣੂ ਕਰਾਉਂਦੇ ਆ ਤੇ ਕਰਾਉਂਦੇ ਰਹੋਗੇ। ਧੰਨਵਾਦ ਬਾਕੀ ਅਸੀਂ ਆਪਣੇ ਨਾਲ ਜੁੜੇ ਦਰਸ਼ਕਾਂ ਦਾ, ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਸਾਡੇ ਜੀ। ਇਸ ਪ੍ਰੋਗਰਾਮ ਨੂੰ ਹਾਂਜੀ ਦੇਖਿਆ, ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਇਸ ਦੇ ਨਾਲ ਹੀ ਸਾਡੇ ਪ੍ਰਾਈਮ ਪੰਜਾਬੀ ਟੀਵੀ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ।